कि मेरे किसान वीरां नूं भी हुण किल्ले वेचण दी लोड़ नहीं पैणी। अगे किल्ले वेच के बाहर भेजना पैंदा सीगा, ऐ तां 2 साल दा खर्चा 4,60,000 रुपया, यानी कि हुण किल्ले जमीनां वेचण दी लोड़ नहीं। कैनेडा हर स्टूडेंट की ड्रीम डेस्टिनेशन है। जेकर तुसी भी पढ़ना चाहते हो कनेडा तो इस तो वधिया वेला नहीं आना, क्योंकि कैम्ब्रिज इंटरनेशनल अकैडमी ने दे दी है सब तो वड्डी ऑफर। एक अजिही ऑफर जो शायद ना तुसी पहला कदी सुनी होएगी ते ना ही सुनोगे। कैम्ब्रिज इंटरनेशनल अकैडमी ने कर दिता है वड्डा ऐलान, यानी कि हुण तुसी सिर्फ 2,30,000 रुपए के खर्च दे उत्ते 1 साल की पढ़ाई कनेडा च कर सकोगे, यानी कि औसत 20,000 रुपए महीना। की है पूरी ऑफर, आओ तुहानू दिखाने आ दैनिक मेल पंजाबी टीवी की एक खास रिपोर्ट। गल तो जो मैनू समझ आया, सिर्फ 20,000 रुपया महीना। 20,000 महीने ਦੇ ਵਿੱਚ ਤੁਹਾਨੂੰ ਇੰਡੀਆ ਦੇ ਕਿਸੇ ਚੰਗੇ ਕਾਲਜ ਦੇ ਵਿੱਚ ਦਾਖਲਾ ਨਹੀਂ ਮਿਲਦਾ, ਜਿੱਦਾਂ ਦੇ ਅੱਜ ਕੱਲ ਫੀਸ ਸਟਰਕਚਰ ਹੋ ਗਏ ਨੇ। 20,000 ਮਹੀਨੇ ਦੇ ਵਿੱਚ ਟੋਰਾਂਟੋ ਦੇ ਵਿੱਚ ਤੁਸੀਂ ਜਾ ਕੇ ਪੜ੍ਹ ਸਕਦੇ ਹੋ, ਔਰ ਅਜਿਹਾ ਕੋਰਸ ਹੈ ਜਿਸ ਦੇ ਵਿੱਚ ਤੁਹਾਨੂੰ ਜਿਹੜਾ ਕਾਲਜ ਹੈ ਉਹ 100% ਪਲੇਸਮੈਂਟ ਦੀ ਗਾਰੰਟੀ ਵੀ ਦੇ ਰਿਹਾ ਜੀ। ਕਾਲਜ ਦੇ ਰਿਹਾ ਜੀ ਗਾਰੰਟੀ ਇਸ ਗੱਲ 200% ਦੇ ਰਿਹਾ ਜੀ ਕਾਲਜ। ਟੋਰਾਂਟੋ ਜਿੰਨੇ ਵੀ ਜਾਣਾ ਚਾਹੁੰਦੇ ਆ, ਸਿਰਫ ਤੇ ਸਿਰਫ 2,30,000 रुपया 1 साल की फीस दे के कैनेडा दे विच पढ़ाई करन जा ਲੋ ਜੀ, ਕਰ ਲਓ ਨੋਟ। ਉਹੀ ਗੱਲ ਇਹਨਾਂ ਨੇ ਦੁਹਰਾਈ ਹੈ ਜੀ, ਜਿਹੜੀ ਗੱਲ ਇਹਨਾਂ ਨੇ ਮੈਨੂੰ ਫੋਨ ਤੇ ਕਹੀ ਸੀ, ਉਹੀ ਗੱਲ ਹੁਣ ਕੈਮਰੇ ਦੇ ਸਾਹਮਣੇ ਕਹਿ ਰਹੇ ਨੇ। ਸਿਰਫ 2,30,000 ਰੁਪਏ ਦੇ ਵਿੱਚ ਜਹਾਜ਼ ਫੜ ਕੇ ਤੁਸੀਂ ਪਹੁੰਚ ਸਕਦੇ ਹੋ ਕੈਨੇਡਾ। ਇਹ 2,30,000 रुपया 1 साल ਦੀ ਫੀਸ ਆ। ਔਰ ਇਹ ਤੇ ਪਹਿਲੀ ਗੱਲ ਹਾਲੀ ਮੇਰੀ ਖਤਮ ਨਹੀਂ ਹੋਈ। ਦੂਜੀ ਖੁਸ਼ਖਬਰੀ ਤੁਹਾਨੂੰ ਦੱਸ ਦਵਾਂ ਕਿ ਕਾਲਜ ਜੌਬ ਪਲੇਸਮੈਂਟ ਦੀ ਵੀ ਗਰੰਟੀ। ਸੋ ਇਹੋ ਜੀ ਆਫਰ ਮੇਰੇ 14 ਸਾਲ ਦੇ ਤਜਰਬੇ ਦੇ ਵਿੱਚ ਨਾ ਕਦੀ ਆਈ, ਨਾ ਮੈਂ ਇਸ ਤੋਂ ਪਹਿਲਾਂ ਕਦੀ ਸੁਣੀ, ਔਰ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਸਸਤਾ ਕੈਨੇਡਾ ਦੁਨੀਆ ਦਾ ਵੀ ਕੋਈ ਬੰਦਾ ਜਿਹੜਾ ਉਹ ਭੇਜ ਸਕਦਾ। ਮੇਰੇ ਉਹ ਸੱਜਣ ਵੀਰ ਭੈਣ ਭਰਾਵਾਂ ਵਾਸਤੇ ਮੌਜਾਂ ਵਾਲੀ ਗੱਲ ਹੈ ਜੀ, ਕਿਉਂਕਿ ਸਭ ਤੋਂ ਵੱਡਾ ਚੁਣੌਤੀਪੂਰਨ ਕੰਮ ਕੀ ਹੁੰਦਾ ਹੈ? ਬੱਚੇ ਨੂੰ ਬਾਹਰ ਭੇਜਣਾ ਪਹਿਲਾ ਸੁਪਨਾ, ਉਸ ਤੋਂ ਬਾਅਦ ਤਾਂ ਅਸਲੀ ਟੈਨਸ਼ਨਾਂ ਸ਼ੁਰੂ ਹੁੰਦੀਆਂ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਆਪਾਂ ਫੀਸ ਅਗਲਾ ਸਮੈਸਟਰ, ਕਿਉਂਕਿ ਅੱਖਾਂ ਬੰਦ ਕਰਦੇ ਹੀ ਸਮੈਸਟਰ ਟਾਈਮ ਜਿਹੜਾ ਵਾ ਸਮਾਂ ਬੜੀ ਤੇਜ਼ੀ ਨਾਲ ਭੱਜਦਾ। ਅੱਖਾਂ ਬੰਦ ਕਰਦੇ ਹੀ ਇਦਾਂ ਲੱਗਦਾ ਜੀ ਨਵਾਂ ਸਮੈਸਟਰ ਆ ਗਿਆ, ਜੇ ਹੁਣ ਤਾਂ ਫੀਸ ਦਿੱਤੀ ਸੀ। ਪਰ ਸਿਰਫ ਔਰ ਸਿਰਫ ਜਿਵੇਂ ਕਿ ਇਹਨਾਂ ਨੇ ਦੱਸਿਆ 4,60,000 ਰੁਪਏ ਦੇ ਕਰੀਬ ਫੀਸ 2 ਸਾਲਾਂ ਦੀ। ਸੋ ਇਹ ਵਾਕਈ ਜੇ ਇਹਨਾਂ ਦੀ ਗੱਲਾਂ 'ਚ ਸੱਚਾਈ ਆ, ਬਿਹਤਰੀਨ ਕੋਰਸ ਹੈ ਜੀ। ਜਿਹੜੇ ਘੱਟ ਪੈਸਿਆਂ ਦੇ ਵਿੱਚ ਕੈਨੇਡਾ ਪੜ੍ਹਾਈ ਕਰਨ ਜਾਣਾ ਚਾਹੁੰਦੇ ਸੀ, ਬਟ ਕੋਈ ਵੀ ਇਹੋ ਜਿਹਾ ਬੰਦਾ ਉਹਨਾਂ ਨੂੰ ਨਹੀਂ ਮਿਲਿਆ। ਸੋ ਇਸ ਵੀਡੀਓ ਨੂੰ ਘਰ ਘਰ ਤੱਕ ਪਹੁੰਚਾ ਦਿਓ। ਇਸ ਕਾਲਜ ਦੇ ਵਿੱਚ ਸਿਰਫ 200 ਹੀ ਸੀਟਸ ਹੈਗੀਆਂ, ਔਰ ਮੈਨੂੰ ਇਹ ਪਤਾ ਹੈ ਕਿ ਜਦੋਂ ਇਹ ਆਫਰ ਲੋਕਾਂ ਤੱਕ ਪਹੁੰਚਣੀ ਆ ਤੇ 200 ਐਪਲੀਕੇਸ਼ਨਸ ਫਿਲ ਹੁੰਦਿਆਂ ਟਾਈਮ ਨਹੀਂ ਲੱਗਣਾ ਹੈਗਾ। ਸੋ 31 ਦਸੰਬਰ ਤੋਂ ਪਹਿਲਾਂ ਜਿੰਨੇ ਵੀ ਸਟੂਡੈਂਟ ਅਪਲਾਈ ਕਰ ਸਕਦੇ, ਕਿਉਂਕਿ ਸਾਡੇ ਕੋਲ ਸਿਰਫ 200 ਹੀ ਸੀਟਾਂ ਅਵੇਲੇਬਲ ਹੈਗੀਆਂ ਜਿਹੜਾ ਕਰੰਟ ਸਾਡੇ ਕੋਲ ਇਨਟੇਕ ਹੈਗਾ। ਉਸ ਤੋਂ ਬਾਅਦ ਜਿਹੜਾ ਹੈਗਾ ਅਗਲਾ ਇਨਟੇਕ ਹੋਏਗਾ। ਮੈਂ ਆਫਰਾਂ ਵਾਲੀਆਂ ਗੱਲਾਂ ਤੇ ਬਾਰ-ਬਾਰ ਕਿਉਂ ਆ ਰਿਹਾ ਸੀ ਕਿ ਅੱਜ ਕੱਲ ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਤੁਸੀਂ ਸਾਡੇ ਤੋਂ ਫਾਈਲ ਲਗਾਓ, ਅਸੀਂ ਤੁਹਾਨੂੰ ਵੀਜ਼ੇ ਤੋਂ ਬਾਅਦ ਕਮਿਸ਼ਨ ਵੀ ਦੇ ਦਾਂਗੇ। ਬਟ ਇੱਥੇ ਅਸੀਂ ਜਿਹੜੀ ਚੀਜ਼ ਨਵੀਂ ਲੈ ਕੇ ਆਏ ਹਾਂ, ਨਾ ਕਦੀ ਕੋਈ ਲਿਆਇਆ ਤੇ ਨਾ ਹੀ ਕੋਈ ਲੈ ਕੇ ਆ ਸਕਦਾ। ਅਸੀਂ ਕਾਲਜ ਨੂੰ ਕਹਿ ਕੇ ਆਪਣੀ ਕਮਿਸ਼ਨ ਹੀ ਖਤਮ ਕਰ ਦਿੱਤੀ ਕਿ ਸਾਨੂੰ ਕੋਈ ਕਮਿਸ਼ਨ ਨਹੀਂ ਚਾਹੀਦੀ। ਸਾਡੀ ਕਮਿਸ਼ਨ ਦੇ ਪੈਸੇ ਤੁਸੀਂ ਬੱਚੇ ਦੇ ਖਾਤੇ ਦੇ ਵਿੱਚ ਪਾ ਦਿਓ। ਕੱਟ ਕਟਾ ਕੇ 1 ਸਾਲ ਦੀ ਫੀਸ 2,30,000 ਰੁਪਈਆ ਕੋਈ ਵੀ ਇਮੀਗ੍ਰੇਸ਼ਨ ਕੰਸਲਟੈਂਟ ਨਾ ਕਦੀ ਲੈ ਕੇ ਆਇਆ ਤੇ ਨਾ ਕਦੀ ਲਿਆਏਗਾ। ਲੋ ਜੀ, ਸੇਲ ਮੇਰੇ ਹੱਥ ਦੇ ਵਿੱਚ ਜਹਾਜ਼ ਦੇਖ ਕੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਮੈਂ ਕਿਸੇ ਖਿਡੌਣਿਆਂ ਦੀ ਦੁਕਾਨ 'ਚ ਆਇਆ, ਪਰ ਨਹੀਂ। ਦਰਅਸਲ ਮੈਂ ਪਹੁੰਚਿਆ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ 'ਚ, ਤੇ ਮਸਲਾ ਹੀ ਅਜਿਹਾ ਹੈ ਕਿ ਮੈਨੂੰ ਸੇਲ ਸ਼ਬਦ ਦਾ ਇਸਤੇਮਾਲ ਕਰਨਾ ਪਿਆ। ਸੇਲ ਵੀ ਅਜਿਹੀ ਕਿ ਤੁਸੀਂ ਹੈਰਾਨ ਹੋ ਜਾਓਗੇ, ਖਾਸ ਕਰ ਉਹ ਸਟੂਡੈਂਟ ਜਿਨ੍ਹਾਂ ਨੇ ਕੈਨੇਡਾ ਜਾਣ ਦਾ ਸੁਪਨਾ ਸੰਜੋਇਆ। ਜਦੋਂ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਤੁਹਾਡੇ ਖਿਆਲ 'ਚ ਆਉਂਦਾ ਹੈ ਕਿ $10,000 ਫੀਸ, $8,000 ਫੀਸ, ਮਤਲਬ ਇੱਕ ਮੋਟੀ ਫੀਸ ਜਿਹੜੀ ਆ ਉਹ ਸਿੱਧਾ ਹੀ ਧਿਆਨ ਦੇ ਵਿੱਚ ਆ ਜਾਂਦੀ ਹੈ, ਕਿਉਂਕਿ ਜ਼ਾਹਿਰ ਜੀ ਗੱਲ ਹੈ ਕੈਨੇਡਾ ਦੇ ਵਿੱਚ ਕਈ ਕਾਲਜਾਂ ਦੇ ਵਿੱਚ ਫੀਸ ਬਹੁਤ ਮਹਿੰਗੀ ਹੈ। ਪਰ ਅੱਜ ਮੈਂ ਪਹੁੰਚਿਆ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ। ਸੋ ਇਹਨਾਂ ਨੇ
ਕ੍ਰਿਸਮਸ ਤੇ ਨਿਊ ਈਅਰ ਦੇ ਮੌਕੇ ਤੇ ਇੱਕ ਅਜਿਹੇ ਕੋਰਸ ਦਾ ਐਡਮਿਸ਼ਨ ਦਿਵਾਉਣ ਦਾ ਐਲਾਨ ਕੀਤਾ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਸਿਰਫ 2,30,000 ਰੁਪਇਆ ਸਾਲ ਦਾ ਖਰਚਾ। ਬਿਲਕੁਲ ਸਹੀ ਸੁਣਿਆ ਜੀ, 2,30,000 ਰੁਪਇਆ ਸਾਲ ਦੇ ਖਰਚੇ ਦੇ ਵਿੱਚ ਤੁਸੀਂ ਜਾ ਸਕਦੇ ਹੋ ਕੈਨੇਡਾ ਪੜ੍ਹਨ। ਹਾਲਾਂਕਿ ਇਹ ਗੱਲ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ 2,30,000 ਕੋਈ ਸ਼ਾਰਟ ਟਰਮ ਕੋਰਸ ਨਹੀਂ ਹੈਗਾ। ਮੈਂ ਵੀ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਇਹ ਕੋਰਸ ਕੋਈ ਸ਼ਾਰਟ ਟਰਮ ਕੋਰਸ ਨਹੀਂ ਹੈਗਾ, ਇਹ ਕੋਰਸ ਹੈਗਾ ਫੁੱਲ ਟਰਮ ਕੋਰਸ ਹੈ। ਸੋ ਇਸ ਕਰਕੇ ਇੰਨਾ ਸਸਤਾ ਕੋਰਸ। ਔਰ ਇੱਕ ਹੋਰ ਗੱਲ ਦੱਸ ਦਿਓ, ਤੁਸੀਂ ਸੋਚ ਰਹੇ ਹੋਗੇ ਕਿ ਪਤਾ ਨਹੀਂ ਕਿਹੜੇ ਦੂਰ ਦਰਾਜ ਕੈਨੇਡਾ ਦੀ ਪਤਾ ਨਹੀਂ ਕਿਹੜੀ ਸਟੇਟ 'ਚ ਜਾ ਕੇ ਉਹਨਾਂ ਨੇ ਤੁਹਾਨੂੰ ਵਾਰਡ ਦੇਣਾ ਹੈ। ਮੈਂ ਗੱਲ ਕਰ ਰਿਹਾ ਜੀ ਟੋਰਾਂਟੋ ਦੀ। ਜੀ ਬਿਲਕੁਲ ਸਹੀ ਸੁਣਿਆ, ਟੋਰਾਂਟੋ ਦੀ ਗੱਲ ਕਰ ਰਿਹਾ। ਟੋਰਾਂਟੋ ਦੇ ਵਿੱਚ ਇੰਨਾ ਸਸਤਾ ਕੋਰਸ ਲੈ ਕੇ ਆਏ ਨੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਵਾਲੇ। ਸੋ ਅੱਜ ਉਹਨਾਂ ਦੇ ਦਫ਼ਤਰ 'ਚ ਪਹੁੰਚ ਚੁੱਕੇ ਹਾਂ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਸਟੱਡੀ ਵੀਜ਼ਾ ਐਕਸਪਰਟ JP ਸਿੰਘ, ਉਹਨਾਂ ਨੇ ਐਲਾਨ ਕੀਤਾ ਕਿ ਇੱਕ ਅਜਿਹੀ ਆਫਰ ਲੈ ਕੇ ਆਏ ਆ। ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਤੁਸੀਂ ਕਦੇ ਨਹੀਂ ਸੁਣਿਆ ਹੋਵੇਗਾ ਇੰਨੇ ਘੱਟ ਪੈਸਿਆਂ ਦੇ ਵਿੱਚ ਅਜਿਹਾ ਕੋਰਸ। ਜੀ JP ਜੀ, ਆਓ ਜੀ ਦਿਓ ਜਾਣਕਾਰੀ। ਲੋ ਜੀ, ਹੁਣ JP ਸਿੰਘ ਆਪਣੇ ਮੂੰਹ ਦੇ ਨਾਲ ਤੁਹਾਨੂੰ ਦੱਸਣਗੇ ਜੀ ਪੂਰੀ ਗੱਲਬਾਤ, ਕਿਉਂਕਿ ਇਹ ਗੱਲ ਜਿਹੜੀ ਹੈ ਯਕੀਨ ਕਰਨ ਵਾਲੀ ਨਹੀਂ ਲੱਗਦੀ। ਯਕੀਨ ਕਰਨ ਵਾਲੀ ਗੱਲ ਹੈ ਨਹੀਂ ਲੱਗਦੀ ਜੀ ਕਿ ਇੰਨੇ ਘੱਟ ਰੇਟ ਦੇ ਵਿੱਚ ਜਿਹੜਾ ਵਾ ਵੀਜ਼ਾ, ਸਟੱਡੀ ਵੀਜ਼ਾ ਤੁਹਾਨੂੰ ਮਿਲ ਸਕਦਾ। ਸੋ JP ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਦੈਨਿਕ ਮੇਲ ਪੰਜਾਬੀ TV। ਥੈਂਕ ਯੂ ਨਿਖਿਲ ਜੀ, ਬਹੁਤ ਬਹੁਤ ਧੰਨਵਾਦ। ਇਹ ਕੀ ਆਫਰ ਹੈ ਜੀ? ਮੈਂ ਤਾਂ ਹੈਰਾਨ ਹੋ ਗਿਆ। ਇਹ ਜਹਾਜ਼ ਮੈਂ ਹੱਥ 'ਚ ਫੜ ਕੇ ਹੀ ਐਂਟਰੀ ਕੀਤੀ ਹੈ ਤੁਹਾਡੇ ਦਫ਼ਤਰ ਦੇ ਵਿੱਚ, ਕਿਉਂਕਿ ਮੈਂ ਪਹਿਲੀ ਵਾਰੀ ਸੁਣਿਆ ਮੈਂ, ਕਿਉਂਕਿ ਆਮ ਤੌਰ ਤੇ ਬੜੀਆਂ ਸੇਲਾਂ ਲੱਗਦੀਆਂ, ਸ਼ੋਰੂਮਾਂ 'ਚ ਸੇਲਾਂ ਲੱਗਦੀਆਂ। ਇਹ ਕਿਹੜੀ ਸੇਲ ਤੁਸੀਂ ਨਵੀਂ ਆਫਰ ਲੈ ਆਏ ਹੋ ਜਿਹੜੀ ਕਿ ਨਿਊ ਈਅਰ ਤੇ ਕ੍ਰਿਸਮਸ ਤੇ ਹੈ? ਸੋ ਕਾਫੀ ਟਾਈਮ ਹੋ ਗਿਆ ਸੀ ਆਪਾਂ ਕੋਈ ਵੀ ਸ਼ੂਟ ਨਹੀਂ ਕੀਤਾ, ਜੀ। ਸੋ ਰਿਸਰਚ ਤੇ ਲੱਗੇ ਸੀ। ਸੋ ਕਾਫੀ ਲੰਬੀ ਰਿਸਰਚ ਕਰਨ ਤੋਂ ਬਾਅਦ ਸਾਡੀ ਇੱਕ ਡਿਮਾਂਡ ਸੀ, ਬੱਚਿਆਂ ਦੀ ਡਿਮਾਂਡ ਸੀ। ਬਹੁਤ ਸਾਰੀਆਂ ਇਹੋ ਜਿਹੀਆਂ ਕੁਐਰੀਆਂ ਆ ਰਹੀਆਂ ਸੀ ਕਿ ਬਹੁਤ ਸਾਰੇ ਗਰੀਬ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਪੜ੍ਹਾਉਣਾ ਚਾਹੁੰਦੇ, ਬਟ ਫਾਈਨੈਂਸ਼ੀਅਲ ਪ੍ਰੋਬਲਮ ਹੋਣ ਕਰਕੇ ਉਹ ਆਪਣੇ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਨਹੀਂ ਭੇਜ ਪਾ ਰਹੇ। ਸੋ ਅਸੀਂ ਇੱਕ ਕਾਲਜ ਦੇ ਨਾਲ ਟਾਈ ਅਪ ਕੀਤਾ। ਉਹ ਕਾਲਜ ਜਿਹੜਾ ਲੀਡਿੰਗ ਕਾਲਜ ਆ, ਬਹੁਤ ਵਧੀਆ ਕਾਲਜ ਆ, ਔਰ ਕੈਨੇਡਾ ਜਿਹੜੀ ਪ੍ਰਾਈਮ ਲੋਕੇਸ਼ਨ ਡਾਊਨਟਾਊਨ ਦੇ ਵਿੱਚ ਉਹਦਾ ਕੈਂਪਸ ਹੈਗਾ। ਸੋ ਟੋਰਾਂਟੋ ਜਿੰਨੇ ਵੀ ਜਾਣੇ ਜਾਣਾ ਚਾਹੁੰਦੇ ਆ, ਸਿਰਫ ਤੇ ਸਿਰਫ 2,30,000 ਰੁਪਇਆ ਇੱਕ ਸਾਲ ਦੀ ਫੀਸ ਦੇ ਕੇ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਜਾ ਸਕਦੇ। ਬੋਲੋ ਜੀ, ਕਰ ਲਓ ਨੋਟ। ਉਹੀ ਗੱਲ ਇਹਨਾਂ ਨੇ ਦੁਹਰਾਈ ਹੈ ਜੀ, ਜਿਹੜੀ ਗੱਲ ਇਹਨਾਂ ਨੇ ਮੈਨੂੰ ਫੋਨ ਤੇ ਕਹੀ ਸੀ, ਉਹੀ ਗੱਲ ਹੁਣ ਕੈਮਰੇ ਦੇ ਸਾਹਮਣੇ ਕਹਿ ਰਹੇ ਨੇ। ਸਿਰਫ 2,30,000 ਰੁਪਏ ਦੇ ਵਿੱਚ ਜਹਾਜ਼ ਫੜ ਕੇ ਤੁਸੀਂ ਪਹੁੰਚ ਸਕਦੇ ਹੋ ਕੈਨੇਡਾ। ਜੀ ਇੱਕ ਗੱਲ ਦੱਸੋ, ਸ਼ਾਰਟ ਟਰਮ ਕੋਰਸ ਤੇ ਨਹੀਂ ਹੈਗਾ? ਕਿਉਂਕਿ ਆਮ ਤੌਰ ਤੇ ਮੈਂ ਜਿੰਨੀ ਰਿਸਰਚ ਕੀਤੀ ਹੈ ਇੰਟਰਨੈਟ ਦੇ ਉੱਤੇ, ਸ਼ਾਰਟ ਟਰਮ ਕੋਰਸ ਕਈ ਹੁੰਦੇ ਨੇ 6-6 ਮਹੀਨੇ ਦੇ, ਜਿਨ੍ਹਾਂ ਦੀ ਫੀਸ ਘੱਟ ਹੁੰਦੀ ਹੈ। ਇਹਦੀ ਜਾਣਕਾਰੀ ਦਿਓ। ਇਹ 2,30,000 ਰੁਪਇਆ ਇੱਕ ਸਾਲ ਦੀ ਫੀਸ ਆ। ਔਰ ਇਹ ਤੇ ਪਹਿਲੀ ਗੱਲ ਹਾਲੀ ਮੇਰੀ ਖਤਮ ਨਹੀਂ ਹੋਈ। ਦੂਜੀ ਖੁਸ਼ਖਬਰੀ ਤੁਹਾਨੂੰ ਦੱਸ ਦਵਾਂ ਕਿ ਕਾਲਜ ਜੌਬ ਪਲੇਸਮੈਂਟ ਦੀ ਵੀ ਗਰੰਟੀ, ਯਾਨੀ ਕਿ 2,30,000 ਰੁਪਏ ਦੇ ਵਿੱਚ ਤੁਸੀਂ ਪੜ੍ਹਾਈ ਕਰੋ, ਔਰ ਪੜ੍ਹਾਈ ਕਰਨ ਤੋਂ ਬਾਅਦ ਜੌਬ ਲੱਭਣ ਲਈ ਧੱਕੇ ਖਾਣ ਦੀ ਲੋੜ ਨਹੀਂ। ਕਾਲਜ ਵੱਲੋਂ ਹੀ ਤੁਹਾਨੂੰ ਜੌਬ ਜਿਹੜੀ ਹੈ ਉਹ ਲਵਾ ਕੇ ਦਿੱਤੀ ਜਾਏਗੀ। ਤੁਹਾਡੀ ਜੌਬ ਲੱਭਣ ਦੀ ਵੀ ਟੈਨਸ਼ਨ ਨਹੀਂ। ਵੈਸੇ ਤੇ ਟੋਰਾਂਟੋ ਸ਼ਹਿਰ ਇਹੋ ਜਿਹਾ ਕਿ ਜਿਹੜਾ ਉੱਥੇ ਪਹੁੰਚ ਜਾਂਦਾ ਉਹਨੂੰ ਜੌਬ ਦੀ ਦਿੱਕਤ ਨਹੀਂ ਆਉਂਦੀ, ਬਟ ਅਸੀਂ ਜਿਸ ਪ੍ਰੋਗਰਾਮ ਦੇ ਵਿੱਚ ਬੱਚੇ ਨੂੰ ਭੇਜਾਂਗੇ, ਸਾਡੇ ਕੋਲ ਬਿਜ਼ਨਸ, ਹੌਸਪਿਟੈਲਿਟੀ, ਕਾਫੀ ਪ੍ਰੋਗਰਾਮ ਨੇ ਇੰਨੀ ਫੀਸ ਦੇ ਵਿੱਚ। ਜਿਸ ਪ੍ਰੋਗਰਾਮ ਦੇ ਵਿੱਚ ਭੇਜਾਂਗੇ ਉਹਦੇ ਰਿਲੇਟਡ ਹੀ ਜੋ ਕਾਲਜ ਮੁਤਾਬਕ ਜਿਹੜਾ ਹੈਗਾ, ਕਾਲਜ ਉਹਨਾਂ ਨੂੰ ਉਸੇ ਫੀਲਡ ਦੇ ਵਿੱਚ ਜੌਬ ਦਿਵਾਏਗਾ। ਸੋ ਇਹੋ ਜਿਹੀ ਆਫਰ ਮੇਰੇ 14 ਸਾਲ ਦੇ ਤਜਰਬੇ ਦੇ ਵਿੱਚ ਨਾ ਕਦੀ ਆਈ, ਨਾ ਮੈਂ ਇਸ ਤੋਂ ਪਹਿਲਾਂ ਕਦੀ ਸੁਣੀ, ਔਰ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਸਸਤਾ ਕੈਨੇਡਾ ਦੁਨੀਆ ਦਾ ਵੀ ਕੋਈ ਬੰਦਾ ਜਿਹੜਾ ਉਹ ਭੇਜ ਸਕਦਾ। ਅੱਜ ਸਿੰਗਾਪੁਰ ਜਾਣ ਲਈ ਵੀ ਘੱਟੋ ਘੱਟ 4.5 ਲੱਖ ਰੁਪਈਆ ਲੱਗਦਾ, ਔਰ $2,000 ਤੋਂ ਲੈ ਕੇ $2,200 ਉੱਥੇ ਸਿੰਗਾਪੁਰ 'ਚ ਗਵਰਨਮੈਂਟ ਨੂੰ ਜਮ੍ਹਾਂ ਕਰਾਉਣੇ ਪੈਂਦੇ ਨੇ ਕੁਆਰੰਟਾਈਨਸ ਜਿਹੜਾ ਪਲਾਨ ਲੈਣ ਲਈ। ਸੋ ਅਸੀਂ ਇਹ ਬਹੁਤ ਹੀ ਸਸਤਾ ਪ੍ਰੋਗਰਾਮ ਲੈ ਕੇ ਆਏ ਹਾਂ। ਸੋ ਕ੍ਰਿਸਮਸ ਤੇ ਨਵੇਂ ਸਾਲ ਦੇ ਮੌਕੇ ਤੇ ਇਸ ਆਫਰ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਓ, ਔਰ ਇਸ ਵੀਡੀਓ ਨੂੰ ਪੰਜਾਬ ਦੇ ਹਰ ਉਸ ਘਰ ਦੇ ਵਿੱਚ ਪਹੁੰਚਾ ਦਿਓ ਜਿਹੜੇ ਬੱਚੇ
ਇੰਗਲਿਸ਼ ਦੇ ਵਿੱਚ ਵਧੀਆ ਉਹਨਾਂ ਦੇ ਸਕਿੱਲ ਆ, ਅਕੈਡਮਿਕ ਸਕੋਰ ਵਧੀਆ, ਬਟ ਫਾਈਨੈਂਸ਼ੀਅਲ ਪ੍ਰੋਬਲਮ ਹੋਣ ਕਰਕੇ ਅੱਜ ਕੈਨੇਡਾ ਦੇ ਸੁਪਨੇ ਜਿਹੜੇ ਉਹਨਾਂ ਦੇ ਸਾਕਾਰ ਨਹੀਂ ਹੋ ਰਹੇ। ਅਸੀਂ ਉਹਨਾਂ ਬੱਚਿਆਂ ਨੂੰ ਸਿਰਫ 2,30,000 ਰੁਪਏ ਦੇ ਵਿੱਚ 1 ਸਾਲ ਦੀ ਫੀਸ ਦੇ ਕੇ ਜਾ ਸਕਦੇ ਹੈਗੇ ਆ। ਸੋ ਕੈਨੇਡਾ ਉਹਨਾਂ ਨੂੰ ਭੇਜਾਂਗੇ, ਉਹ ਵੀ ਕੈਨੇਡਾ ਪ੍ਰਾਈਮ ਲੋਕੇਸ਼ਨ। ਕਿੰਨੇ ਟਾਈਮ ਦਾ ਕੋਰਸ ਹੈ ਜੀ? ਕੋਰਸ, ਕਿਉਂਕਿ ਮੇਰਾ ਸਵਾਲ ਸੀਗਾ ਕਿ ਸ਼ਾਰਟ ਟਰਮ ਕੋਰਸ ਨਹੀਂ ਹੈਗਾ, ਕਿੰਨੇ ਸਾਲ ਦਾ ਕੋਰਸ ਹੈ? ਮੈਂ ਤੁਹਾਨੂੰ ਨਿਖਿਲ ਜੀ ਅੱਗੇ ਵੀ ਜਵਾਬ ਦਿੱਤਾ ਕਿ ਕੋਰਸ ਸਾਡੇ ਕੋਲ 1 ਸਾਲ ਤੋਂ ਲੈ ਕੇ 2 ਸਾਲ ਦੇ ਪ੍ਰੋਗਰਾਮ ਆ। ਜੇਕਰ ਤੁਸੀਂ ਕੈਨੇਡਾ ਦੇ ਵਿੱਚ 2 ਸਾਲ ਦੀ ਪੜ੍ਹਾਈ ਕਰਨੀ ਹੈ ਤੇ ਸਿਰਫ 4 ਲੱਖ ਤੇ 60-70 ਹਜ਼ਾਰ ਰੁਪਏ ਫੀਸ ਆ। ਅੱਜ ਮੈਂ ਇਹ ਕਹਿਣਾ ਕਿ 10 ਲੱਖ ਤੋਂ ਲੈ ਕੇ ਤੇ 12 ਲੱਖ ਤੱਕ ਕੈਨੇਡਾ ਦੇ ਕਾਲਜਾਂ ਦੀ 1 ਸਾਲ ਦੀ ਫੀਸ ਆ। ਅਸੀਂ ਜਿਸ ਕਾਲਜ ਦੇ ਵਿੱਚ ਭੇਜ ਰਹੇ ਉੱਥੇ ਸਿਰਫ ਤੁਸੀਂ 4,60,000 ਰੁਪਏ 2 ਸਾਲ ਦੀ ਫੀਸ ਦੇ ਕੇ ਤੁਸੀਂ ਉੱਥੇ ਪੜ੍ਹਾਈ ਕਰ ਸਕਦੇ ਹੋ। ਔਰ ਪੜ੍ਹਾਈ ਕਰਨ ਤੋਂ ਬਾਅਦ ਤੁਹਾਨੂੰ ਜੌਬ ਲੱਭਣ ਦੀ ਟੈਨਸ਼ਨ ਨਹੀਂ, ਕਾਲਜ ਹੀ ਤੁਹਾਨੂੰ ਜੌਬ ਵੀ ਲਗਵਾ ਕੇ ਦੇਗਾ। ਇਹ ਤਾਂ ਮੇਰੇ ਉਹ ਸੱਜਣ ਵੀਰ ਭੈਣ ਭਰਾਵਾਂ ਵਾਸਤੇ ਮੌਜਾਂ ਵਾਲੀ ਗੱਲ ਹੈ ਜੀ, ਕਿਉਂਕਿ ਸਭ ਤੋਂ ਵੱਡਾ ਚੁਣੌਤੀਪੂਰਨ ਕੰਮ ਕੀ ਹੁੰਦਾ? ਬੱਚੇ ਨੂੰ ਬਾਹਰ ਭੇਜਣਾ ਪਹਿਲਾ ਸੁਪਨਾ, ਉਸ ਤੋਂ ਬਾਅਦ ਤਾਂ ਅਸਲੀ ਟੈਨਸ਼ਨਾਂ ਸ਼ੁਰੂ ਹੁੰਦੀਆਂ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਆਪਾਂ ਫੀਸ ਅਗਲਾ ਸਮੈਸਟਰ, ਕਿਉਂਕਿ ਅੱਖਾਂ ਬੰਦ ਕਰਦੇ ਹੀ ਸਮੈਸਟਰ ਟਾਈਮ ਜਿਹੜਾ ਵਾ ਸਮਾਂ ਬੜੀ ਤੇਜ਼ੀ ਨਾਲ ਭੱਜਦਾ। ਅੱਖਾਂ ਬੰਦ ਕਰਦੇ ਹੀ ਇਦਾਂ ਲੱਗਦਾ ਜੀ ਨਵਾਂ ਸਮੈਸਟਰ ਆ ਗਿਆ, ਜੇ ਹੁਣ ਤਾਂ ਫੀਸ ਦਿੱਤੀ ਸੀ। ਪਰ ਸਿਰਫ ਔਰ ਸਿਰਫ ਜਿਵੇਂ ਕਿ ਇਹਨਾਂ ਨੇ ਦੱਸਿਆ 4,60,000 ਰੁਪਏ ਦੇ ਕਰੀਬ ਫੀਸ 2 ਸਾਲਾਂ ਦੀ। ਸੋ ਇਹ ਵਾਕਈ ਜੇ ਇਹਨਾਂ ਦੀ ਗੱਲਾਂ 'ਚ ਸੱਚਾਈ ਆ, ਬਿਹਤਰੀਨ ਕੋਰਸ ਹੈ ਜੀ। 4,60,000 ਰੁਪਏ ਦੇ ਵਿੱਚ ਤੁਹਾਡਾ 2 ਸਾਲ ਦਾ ਖਰਚਾ ਹੋ ਗਿਆ 4,60,000 ਰੁਪਇਆ। ਜੇ ਆਪਾਂ GIC ਦੀ ਗੱਲ ਕਰੀਏ ਜੀ, ਕਿੰਨੀ ਕੁ ਅੱਜ ਕੱਲ੍ਹ ਪੈਂਦੀ ਹੈ ਜੀ? GIC $10,000 ਜਾਂਦੀ ਹੈ, ਉਹਨੂੰ ਆਪਾਂ ਖਰਚਾ ਨਹੀਂ ਗਿਣਦੇ ਕਿਉਂਕਿ $10,000 GIC ਜਿਹੜੀ ਜਾਣੀ ਹੈ ਲਗਭਗ 5.5 ਲੱਖ ਰੁਪਇਆ ਐਵਰੇਜ ਆਪਾਂ ਲਾਈਏ, ਉਹ ਪੈਸਾ ਤੁਹਾਡਾ, ਉਹਨੂੰ ਕੈਨੇਡਾ ਦੇ ਖਰਚੇ 'ਚ ਨਹੀਂ ਗਿਣਨਾ। ਉਹ ਪੈਸਾ ਤੁਹਾਡਾ ਹੈ ਤੇ ਤੁਸੀਂ ਹੀ ਉਸ ਪੈਸੇ ਦੀ ਵਰਤੋਂ ਕੈਨੇਡਾ ਜਾ ਕੇ ਕਰਨੀ ਹੈ। ਤੁਹਾਡਾ ਪੈਸਾ ਤੁਹਾਨੂੰ ਮਿਲਣਾ ਹੈ, ਉਸ ਦਾ ਕੰਸਰਨ ਖਰਚੇ ਨਾਲ ਨਹੀਂ ਹੈਗਾ। ਸੋ ਇਸ ਦਾ ਮਤਲਬ 2 ਸਾਲ 4,60,000 ਰੁਪਇਆ। ਕੀ ਤੁਸੀਂ ਸੋਚਿਆ ਸੀ? ਮੈਨੂੰ ਨਹੀਂ ਲੱਗਦਾ, ਮੈਂ ਨਹੀਂ ਅੱਜ ਤੱਕ, ਕਿਉਂਕਿ ਮੈਂ ਜਿੰਨੇ ਵੀ ਮੈਂ ਇਮੀਗ੍ਰੇਸ਼ਨ ਵਾਲਿਆਂ ਦੀ ਇੰਟਰਵਿਊ ਵੀ ਕੀਤੀ ਹੈ, ਕਈ ਇਮੀਗ੍ਰੇਸ਼ਨ ਦੀਆਂ ਮੈਂ ਐਡਸ ਵੀ ਦੇਖੀਆਂ ਨੇ, ਕਿਤੇ ਵੀ ਮਿਨੀਮਮ ਜਿਹੜਾ ਦਾਵਾ ਮੈਂ ਸੁਣਿਆ ਸੀ $65 1 ਸਾਲ ਦੀ ਫੀਸ ਦੀ, ਜਿਹੜੀ ਮੈਂ ਐਡ ਉਹ ਵੀ ਮੌਂਟਰੀਅਲ ਦੀ ਕਿਊਬਿਕ ਦੀ ਸੀ। ਜਦ ਕਿ ਸਾਰਿਆਂ ਨੂੰ ਪਤਾ ਕਿੰਨੀਆਂ ਫੀਸਾਂ ਜ਼ਿਆਦਾ ਨੇ ਟੋਰਾਂਟੋ ਦੇ ਕਾਲਜਾਂ ਦੀਆਂ। ਜੀ ਮੈਂ ਸਹੀ ਕਰ ਰਿਹਾ? 200% ਸਹੀ ਕਰ ਰਹੇ ਹੋ। ਇਹ ਮੈਂ ਕਹਿ ਰਿਹਾ ਕਿ ਇਮੀਗ੍ਰੇਸ਼ਨ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਅਸੀਂ ਇਹ ਆਫਰ ਲੈ ਕੇ ਆਏ ਆ। ਸਿਰਫ ਤੇ ਸਿਰਫ 2,30,000 ਰੁਪਏ ਜਿਹੜਾ ਇੰਡੀਅਨ ਅਮਾਊਂਟ ਦੇ ਵਿੱਚ ਬਣਦਾ ਹੈਗਾ, ਇਹ ਬੱਚੇ ਨੇ 1 ਸਾਲ ਦੀ ਫੀਸ ਦੇ ਕੇ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਜਾ ਸਕਦੇ ਆ। ਅੱਜ ਕੈਨੇਡਾ ਦੇ ਵਿੱਚ ਬਹੁਤ ਸਾਰੇ ਕਾਲਜ ਨੇ, ਸਾਰੇ ਹੀ ਆਫਰ ਕਰ ਰਹੇ ਪ੍ਰੋਗਰਾਮ ਫੀਸ ਦੋ ਜਾਓ। ਬਟ ਇਹ ਜਿਹੜਾ ਕਾਲਜ ਹੈ ਬਹੁਤ ਹੀ ਪੁਰਾਣਾ ਕਾਲਜ ਆ। ਮੈਨੂੰ ਕਾਲਜ ਦਾ ਨਾਂ ਦੱਸਣ 'ਚ ਕੋਈ ਗਰੇਜ ਨਹੀਂ ਹੈਗਾ, ਬਟ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਸਾਡੇ ਕੰਪੀਟੀਟਰ ਹੈਗੇ ਨੇ, ਅਸੀਂ ਉਹਨਾਂ ਨੂੰ ਨਹੀਂ ਦੱਸਣਾ ਚਾਹੁੰਦੇ। ਸੋ ਜਿਹੜਾ ਵੀ ਬੱਚਾ ਸਾਡੇ ਕੋਲ ਕਾਉਂਸਲਿੰਗ ਲੈਣ ਲਈ ਆਏਗਾ ਉਹਨੂੰ ਅਸੀਂ ਦੱਸਾਂਗੇ। ਔਰ ਇਹ ਕਾਲਜ ਬਹੁਤ ਹੀ ਪਪੂਲਰ ਕਾਲਜ ਆ ਔਰ ਬਹੁਤ ਵਧੀਆ ਔਰ ਬਹੁਤ ਪੁਰਾਣਾ ਕਾਲਜ ਹੈਗਾ, ਜਿੱਥੇ ਬੱਚਾ ਪੜ੍ਹਾਈ ਕਰਨ ਤੋਂ ਬਾਅਦ ਨਾਲ ਹੀ ਉਹਨੂੰ ਜੌਬ ਮਿਲੇਗੀ। ਔਰ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ ਕਿ ਸਿਰਫ 1 ਸਾਲ ਦੀ ਫੀਸ 2,30,000 ਰੁਪਇਆ ਤੁਸੀਂ ਦੇ ਕੇ ਜਾਣਾ ਹੈਗਾ, ਜਿੱਥੇ ਤੁਸੀਂ ਪੜ੍ਹਾਈ ਕਰਨ ਤੋਂ ਬਾਅਦ ਜੌਬ ਵੀ ਤੁਹਾਨੂੰ ਮਿਲੇਗੀ। ਤੁਹਾਡੇ ਘੱਟ ਪੈਸਿਆਂ ਦੇ ਵਿੱਚ ਅਸੀਂ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਜਾਣ ਦਾ ਰਸਤਾ ਜਿਹੜਾ ਅੱਜ ਖੋਲ੍ਹ ਦਿੱਤਾ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਉਹਨਾਂ ਗਰੀਬ ਪਰਿਵਾਰਾਂ ਤੱਕ ਵੀਡੀਓ ਪਹੁੰਚਾ ਦਿਓ ਜਿਨ੍ਹਾਂ ਦੇ ਬੱਚੇ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਸੀ, ਬਟ ਮਹਿੰਗੀਆਂ ਫੀਸਾਂ ਹੋਣ ਕਾਰਨ ਉਹਨਾਂ ਦੇ ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਸੁਪਨੇ ਜਿਹੜੇ ਉਹ ਸਾਕਾਰ ਨਹੀਂ ਸੀ ਹੋ ਰਹੇ। ਤੁਹਾਡੀ ਮਦਦ ਦੇ ਨਾਲ ਇਹ ਉਹ ਪਰਿਵਾਰ ਵੀ ਕੈਨੇਡਾ ਵਿੱਚ ਜਾ ਸਕਦੇ ਨੇ ਜਿਹੜੇ ਘੱਟ ਪੈਸਿਆਂ ਦੇ ਵਿੱਚ ਕੈਨੇਡਾ ਪੜ੍ਹਾਈ ਕਰਨ ਜਾਣਾ ਚਾਹੁੰਦੇ ਸੀ, ਬਟ ਕੋਈ ਵੀ ਇਹੋ ਜਿਹਾ ਬੰਦਾ ਉਹਨਾਂ ਨੂੰ ਨਹੀਂ ਮਿਲਿਆ। ਸੋ ਇਸ ਵੀਡੀਓ ਨੂੰ ਘਰ ਘਰ ਤੱਕ ਪਹੁੰਚਾ ਦਿਓ ਜਿਹੜੇ ਸਿਰਫ 2,30,000 ਰੁਪਇਆ ਕੈਨੇਡਾ ਪੜ੍ਹਾਈ ਕਰਨ। ਲੋ ਜੀ, ਇਹਨਾਂ ਦੀ ਗੱਲ ਨੂੰ ਮੈਂ ਥੋੜਾ ਗਹਿਰਾਈ ਵਿੱਚ ਜਾਵਾਂਗਾ। ਆਪਾਂ ਜੇ ਇੱਥੇ ਕਿਸੇ ਕਾਲਜ 'ਚ ਦਾਖਲਾ ਲੈਂਦੇ ਆ, ਅੱਜ ਦੀ ਡੇਟ ਦੇ ਵਿੱਚ ਆਪਾਂ ਬੱਚੇ ਵੀ ਪੜ੍ਹਾਉਂਦੇ ਆ, ਈਵਨ ਕਿ ਨਰਸਰੀ ਦੇ ਬੱਚਿਆਂ ਦੀ ਫੀਸਾਂ ਇੰਨੀਆਂ ਇਹਨਾਂ ਦੀ ਗੱਲ ਤੋਂ ਜੋ ਮੈਨੂੰ ਸਮਝ ਆਇਆ, ਸਿਰਫ 20,000 ਰੁਪਇਆ ਮਹੀਨਾ। 20,000 ਮਹੀਨੇ ਦੇ ਵਿੱਚ ਤੁਹਾਨੂੰ ਇੰਡੀਆ ਦੇ ਕਿਸੇ ਚੰਗੇ ਕਾਲਜ ਦੇ ਵਿੱਚ ਦਾਖਲਾ ਨਹੀਂ ਮਿਲਦਾ, ਜਿੱਦਾਂ ਦੇ ਅੱਜ ਕੱਲ੍ਹ ਫੀਸ ਸਟਰਕਚਰ ਹੋ ਗਏ ਨੇ। 20,000 ਮਹੀਨੇ ਦੇ ਵਿੱਚ
ਟੋਰਾਂਟੋ ਦੇ ਵਿੱਚ ਤੁਸੀਂ ਜਾ ਕੇ ਪੜ੍ਹ ਸਕਦੇ ਹੋ ਔਰ ਅਜਿਹਾ ਕੋਰਸ ਹੈ ਜਿਸ ਦੇ ਵਿੱਚ ਤੁਹਾਨੂੰ ਜਿਹੜਾ ਕਾਲਜ ਹੈ ਉਹ 100% ਪਲੇਸਮੈਂਟ ਦੀ ਗਾਰੰਟੀ ਵੀ ਦੇ ਰਿਹਾ ਜੀ। ਕਾਲਜ ਦੇ ਰਿਹਾ ਜੀ ਗਾਰੰਟੀ ਇਸ ਗੱਲ ਦੀ? 200% ਦੇ ਰਿਹਾ ਜੀ। ਕਾਲਜ ਵੱਲੋਂ ਜੌਬ ਪਲੇਸਮੈਂਟ ਨਾਲ ਮਿਲੇਗੀ। ਜਿਵੇਂ ਤੁਸੀਂ ਦੱਸਿਆ ਕਿ ਤੁਹਾਡਾ ਮੰਥਲੀ ਜਿਹੜਾ ਪੜ੍ਹਾਈ ਕਰਨ ਦਾ ਕੈਨੇਡਾ ਦੇ ਵਿੱਚ ਖਰਚਾ ਸਿਰਫ 20,000 ਰੁਪਇਆ। ਤੁਸੀਂ ਜਿੱਥੇ 20,000 ਰੁਪਇਆ ਕੈਨੇਡਾ ਦੇ ਵਿੱਚ ਮੰਥਲੀ ਖਰਚ ਕਰਕੇ ਪੜੋਗੇ, ਉੱਥੇ ਲੱਖ ਰੁਪਏ ਤੋਂ ਲੈ ਕੇ 1.5 ਲੱਖ ਰੁਪਇਆ ਤੁਸੀਂ ਪਾਰਟ ਟਾਈਮ ਜੌਬ ਕਰਕੇ ਵੀ ਕਮਾ ਸਕਦੇ ਹੋ, ਕਿਉਂਕਿ ਤੁਸੀਂ ਉਸ ਲੋਕੇਸ਼ਨ ਤੇ ਜਾ ਰਹੇ ਹੋ, ਉਸ ਪ੍ਰਾਈਮ ਲੋਕੇਸ਼ਨ ਤੇ ਜਾ ਰਹੇ ਹੋ ਜਿੱਥੇ ਕੰਮ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ। ਖਰਚਾ 20,000 ਰੁਪਇਆ ਔਰ ਫਾਇਦਾ ਤੁਹਾਡਾ ਲੱਖਾਂ ਦੇ ਵਿੱਚ ਆ। ਔਰ ਇਹ ਆਫਰ ਅਸੀਂ ਲੈ ਕੇ ਆਏ ਆ। ਬਹੁਤ ਕੁਐਰੀਆਂ ਆ ਰਹੀਆਂ ਸੀ, ਬਹੁਤ ਬੱਚੇ ਆ ਰਹੇ ਸੀ ਜਿਨ੍ਹਾਂ ਦੇ ਆਇਲਸ ਦੇ ਵਿੱਚੋਂ 6 ਬੈਂਡ ਸੀ, 7 ਬੈਂਡ ਸੀ, ਬਟ ਉਹਨਾਂ ਦੇ ਫਾਈਨੈਂਸ਼ੀਅਲ ਪ੍ਰੋਬਲਮ ਹੋਣ ਕਰਕੇ ਉਹ ਜਾ ਨਹੀਂ ਸੀ ਪਾ ਰਹੇ। ਸੋ ਲੰਬੀ ਰਿਸਰਚ, ਲੰਬੀ ਖੋਜ ਤੋਂ ਬਾਅਦ ਅਸੀਂ ਕਾਲਜ ਦੇ ਨਾਲ ਵੀ ਨੈਗੋਸ਼ੀਏਟ ਕੀਤੀ ਔਰ ਇਹਦੇ ਵਿੱਚ ਅਸੀਂ ਆਪਣਾ ਮਾਰਜਨ 100% ਖਤਮ ਕਰ ਦਿੱਤਾ। ਅੱਜ ਤੱਕ ਦੇ ਬਹੁਤ ਸਾਰੀਆਂ ਆਫਰਾਂ ਆਈਆਂ ਨਾ ਕਿ ਕਮਿਸ਼ਨ ਵੀ ਵੀਜ਼ੇ ਤੋਂ ਬਾਅਦ ਦੇ ਦਾਂਗੇ। ਅਸੀਂ ਕਮਿਸ਼ਨ ਵਾਲਾ ਚੈਪਟਰ ਹੀ ਕਲੋਜ਼ ਕਰਤਾ ਹੈ ਕਿ ਕੋਈ ਕਮਿਸ਼ਨ ਨਹੀਂ ਵੀਜ਼ੇ ਤੋਂ ਬਾਅਦ। ਅਸੀਂ ਕਮਿਸ਼ਨ ਦੇ ਪੈਸੇ ਕਾਲਜ ਨੂੰ ਕਿਹਾ ਕਿ ਲੈਸ ਕਰਕੇ ਸਿੱਧਾ ਬੱਚੇ ਨੂੰ ਦੇ। ਇੱਕ ਤੇ ਬੱਚੇ ਨੇ ਇੰਤਜ਼ਾਰ ਕਰਨਾ ਨਾ। ਲੋ ਜੀ, ਕਮਿਸ਼ਨ ਵਾਲੀ ਗੱਲ ਕਰਦਾ ਜੀ। ਕਮਿਸ਼ਨ ਵਾਪਸੀ ਦੀਆਂ ਆਫਰਾਂ ਚੱਲ ਰਹੀਆਂ ਸੀ ਕਿ ਸਾਰੀ ਕਮਿਸ਼ਨ ਵਾਪਸ ਹੋ ਜਾਏਗੀ ਜਦੋਂ ਤੁਹਾਡੀ ਫੀਸ ਜਮ੍ਹਾਂ ਹੋ ਜਾਏਗੀ। ਇਹ ਤਾਂ ਸੋਨੇ ਤੇ ਸੁਹਾਗਾ ਹੈ, ਉਹ ਤਾਂ ਮਿਲਣਗੀਆਂ ਬਾਅਦ ਚੋਂ। ਇੱਥੇ ਦਾ ਐਡਵਾਂਸ ਹੀ ਫੀਸ ਵਾਪਸ ਹੋ ਰਹੀ ਹੈ, ਯਾਨੀ ਕਿ ਬਿਲਕੁਲ ਘੱਟ ਰੇਟ ਦੇ ਵਿੱਚ। ਤੁਸੀਂ ਮੈਨੂੰ ਦੱਸੋ 20,000 ਰੁਪਏ ਮਹੀਨਾ ਜੇ ਇੰਡੀਆ 'ਚ ਚੰਗੀ ਗੱਡੀ ਲੈਣੀ ਹੋਵੇ ਨਾ ਤੇ 3 ਸਾਲ ਘੱਟੋ ਘੱਟ ਵੀ ਤੁਹਾਨੂੰ ਕਿਸ਼ਤਾਂ ਤੁਹਾਡੀਆਂ ਬੰਦੀਆਂ 20,000 ਮਹੀਨੇ ਦੀ। ਇਹ ਤਾਂ ਜ਼ਿੰਦਗੀ ਦੀ ਗੱਡੀ ਦੀ ਗੱਲ ਹੋ ਰਹੀ ਹੈ। ਤੇ ਜੇਕਰ ਜ਼ਿੰਦਗੀ ਦੀ ਗੱਡੀ 20,000 ਮਹੀਨਾ ਦੇ ਕੇ 2 ਸਾਲ ਤੱਕ ਤੁਹਾਡੀ ਚੱਲ ਜਾਵੇ ਤੇ ਹੋਰ ਕੀ ਚਾਹੀਦਾ। ਇਹਦਾ ਮਤਲਬ ਇਹ ਹੈ ਕਿ ਮੇਰੇ ਕਿਸਾਨ ਵੀਰਾਂ ਨੂੰ ਵੀ ਹੁਣ ਕਿੱਲੇ ਵੇਚਣ ਦੀ ਲੋੜ ਨਹੀਂ ਪੈਣੀ। ਅੱਗੇ ਕਿੱਲੇ ਵੇਚ ਕੇ ਬਾਹਰ ਭੇਜਣਾ ਪੈਂਦਾ ਸੀਗਾ। ਇਹ ਤਾਂ 2 ਸਾਲ ਦਾ ਖਰਚਾ 4,60,000 ਰੁਪਏ, ਯਾਨੀ ਕਿ ਹੁਣ ਕਿੱਲੇ ਜ਼ਮੀਨਾਂ ਵੇਚਣ ਦੀ ਲੋੜ ਨਹੀਂ। ਬੈਂਕਾਂ ਤੋਂ ਜੇਕਰ ਤੇ ਤੁਸੀਂ ਇੰਨਾ ਕੁ ਲੋਨ ਵੀ ਹਰ ਬੰਦੇ ਨੂੰ ਮਿਲ ਜਾਂਦਾ। ਹੁਣ ਆਪਾਂ ਇਹ ਵੀ ਗੱਲ ਕਰਾਂਗੇ ਜੀ, ਇਹਦਾ ਮਤਲਬ ਜਿਹੜੇ ਬੰਦੇ ਦੀ ਜੇਬ ਟਾਈਟ ਹੈ, ਹੱਥ ਟਾਈਟ ਹੈ, ਪਰ ਉਹਦਾ ਸੁਪਨਾ ਕਿ ਉਹ ਆਪਣੇ ਬੱਚੇ ਨੂੰ ਕੈਨੇਡਾ 'ਚ ਪੜ੍ਹਾਵੇ ਤੇ ਉਸਦਾ ਕਰੀਅਰ ਬਣਾਵੇ, ਸੋ ਉਹਦੇ ਵਾਸਤੇ ਇੱਕ ਗੋਲਡਨ ਓਪਰਚੁਨਿਟੀ ਮੈਂ ਕਹਾਂਗਾ ਕਿ ਜੇਕਰ ਵਾਕਈ ਇਹਨਾਂ ਦੀ ਗੱਲ 'ਚ ਸੱਚਾਈ ਹੈ, 4,60,000 ਰੁਪਏ ਜੇ 2 ਸਾਲਾਂ ਦੀ ਫੀਸ ਦੇ ਕੇ ਤੁਹਾਡਾ ਬੱਚਾ ਕੈਨੇਡਾ ਜਾ ਸਕਦਾ ਹੈ, ਸੋ ਇੰਨਾ ਕੁ ਤਾਂ ਮੀਡੀਓਕਰ ਜਿਹੜਾ ਮੀਡੀਅਮ ਫੈਮਿਲੀ ਹੈ, ਇਵਨ ਕਿ ਮੀਡੀਅਮ ਤੋਂ ਥੱਲੇ ਵਾਲੀ ਕਲਾਸ ਦਾ ਵੀ ਇੰਨਾ ਕੁ ਬੈਂਕ ਲੋਨ ਕਰ ਦਿੰਦੇ ਨੇ। ਕੀ ਕਹਿਣਾ ਚਾਹੋਗੇ? 200% ਕਰ ਦਿੰਦੇ ਜੀ। ਮੈਨੂੰ ਲੱਗਦਾ ਬੈਂਕ ਲੋਨ ਲੈਣ ਦੀ ਲੋੜ ਨਹੀਂ ਪੈਣੀ। ਸੋ 2,30,000 ਰੁਪਏ 1 ਸਾਲ ਦੀ ਫੀਸ ਹੈ। 4 ਭੈਣ ਭਰਾਵਾਂ ਕੋ ਵੀ ਇੰਨੇ ਕੁ ਪੈਸੇ ਇਕੱਠੇ ਕਰਕੇ ਆਪਾਂ ਬੱਚੇ ਨੂੰ ਭੇਜ ਸਕਦੇ ਹਾਂ। ਔਰ ਇੰਨੇ ਪੈਸੇ ਵਾਪਸ ਕਰਨਾ ਬੱਚੇ ਲਈ ਵੀ ਬੜੀ ਔਖਾ ਕੰਮ ਨਹੀਂ ਹੈਗਾ। ਇੰਨੇ ਕੁ ਪੈਸੇ 3-4 ਮਹੀਨੇ ਬੰਦਾ ਜੌਬ ਕਰਕੇ ਵੀ ਪੜ੍ਹਾਈ ਦੇ ਨਾਲ ਕਮਾ ਕੇ ਆਪਣੇ ਭੈਣ ਭਰਾਵਾਂ ਨੂੰ ਵਾਪਸ ਕਰ ਸਕਦਾ। ਬਿਲਕੁਲ, ਕਿਉਂਕਿ ਸ਼ੁਰੂਆਤੀ ਤੌਰ ਦੇ ਉੱਤੇ, ਕਿਉਂਕਿ ਜੇ ਕੋਰਸ 2 ਸਾਲ ਦਾ ਤੇ ਆਪਾਂ ਖਰਚਾ ਵੀ 2 ਸਾਲ ਦਾ ਜੋੜੀਏ ਤੇ 4,60,000 ਜਾਂ 4,70,000 ਰੁਪਏ ਬਣੇਗਾ। ਤੇ ਵਾਕਈ ਇਹਨਾਂ ਦੀ ਗੱਲ ਠੀਕ ਹੈ ਕਿ 2, 2.5, 3 ਲੱਖ ਰੁਪਏ ਦਾ ਸੇਵਿੰਗ ਵੀ ਹੁੰਦੀ ਹੈ ਬੰਦੇ ਦੀ ਆਪਣੀ। ਜੇ 1,00,000, 1.5, 2 ਲੱਖ ਰੁਪਏ ਕਿਸੇ ਕੋਲ ਲੈ ਕੇ ਤੁਸੀਂ ਤੁਹਾਡਾ ਟਾਈਮ ਲੰਘ ਜਾਵੇ, ਤੁਹਾਡਾ ਬੱਚਾ ਪੜ੍ਹ ਜਾਵੇ, ਕਿਉਂਕਿ ਸਿੱਖਿਆ ਜਿਹੜੀ ਉਹ ਇਹੋ ਜਿਹਾ ਗਹਿਣਾ ਹੈ, ਜੇ ਇੱਕ ਵਾਰੀ ਖਰੀਦ ਲਵੋ ਤੇ ਤੁਸੀਂ ਉਸ ਦੇ ਨਾਲ ਬਹੁਤ ਕੁਝ ਬਣਾ ਸਕਦੇ ਹੋ। ਸੋ ਮੁੱਖ ਦੀ ਗੱਲ ਤੇ ਫੇਰ ਆਵਾਂਗਾ ਕਿ ਉਹਨਾਂ ਲੋਕਾਂ ਦੇ ਸੁਪਨਿਆਂ ਦੀ ਜੋ ਕਿ, ਕਿਉਂਕਿ ਜਦੋਂ ਆਪਾਂ ਜਾਣਦੇ ਜੀ ਕਈਆਂ ਨੇ ਪੈਕੇਜ ਰੱਖੇ 15 ਲੱਖ 20 ਲੱਖ ਪੈਸੇ ਵੀਜ਼ੇ ਤੋਂ ਬਾਅਦ। ਸੋ ਜਿਹੜੇ ਇਹੋ ਜਿਹੇ ਪੈਕੇਜ ਆ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਅਪਰੋਚ ਤੋਂ ਹੀ ਖਤਮ ਹੋ ਜਾਂਦਾ ਉਹ ਬਜਟ। ਤੇ ਸੋ ਲੋ ਬਜਟ ਵਾਲੇ ਮੇਰੇ ਜਿੰਨੇ ਵੀ ਸਾਥੀ ਦੇਖ ਰਹੇ ਨੇ, ਜੇ ਤੁਹਾਡੇ ਦੀ ਕੈਪੇਬਿਲਿਟੀ ਹੈਗੀ ਹੈ, ਤੁਸੀਂ ਆਇਲਟਸ ਕੀਤੀ ਹੈ, ਹਾਂਜੀ ਇੱਕ ਗੱਲ ਹੋਰ, 5.5 ਬੈਂਡ ਵਾਲੇ ਨੂੰ ਐਡਮਿਸ਼ਨ ਦਿਓਗੇ? ਆਇਲਸ ਦੇ ਵਿੱਚੋਂ ਓਵਰਆਲ 6 ਬੈਂਡ ਤੇ ਇੱਕ ਮੋਡਿਊਲ ਦੇ ਵਿੱਚੋਂ 5.5 ਜਿੰਨਾ ਵਿਦਿਆਰਥੀਆਂ ਦੇ ਬੈਂਡ ਆ ਤੇ ਉਹ ਇਸ ਕਾਲਜ ਦੇ ਵਿੱਚ ਦਾਖਲਾ ਲੈ ਸਕਦੇ ਹੈਗੇ ਆ। ਸੋ +2 ਤੁਹਾਡੀ ਜਿਹੜੀ ਹੈਗੀ ਆ 2018, 19 ਤੇ 20 ਦੇ ਵਿੱਚ ਜੇਕਰ ਤੁਸੀਂ ਪਾਸ ਕੀਤੀ ਆ, ਓਵਰਆਲ 6 ਬੈਂਡ ਨੇ ਤੇ ਇੱਕ ਮੋਡਿਊਲ ਚੋਂ 5.5 ਬੈਂਡ ਨੇ ਤੇ ਤੁਸੀਂ ਇਸ ਕਾਲਜ ਦੇ ਵਿੱਚ ਦਾਖਲਾ ਲੈ ਸਕਦੇ ਹੋ। ਔਰ ਕਾਲਜ ਦੇ ਵਿੱਚ ਜਿਹੜਾ ਬਿਲਕੁਲ ਫਾਸਟ ਪ੍ਰੋਸੈਸ ਹੈ। ਅੱਜ ਤੁਸੀਂ ਡਾਕੂਮੈਂਟ ਲੈ ਕੇ ਆਉਂਦੇ ਹੋ, ਤੁਹਾਨੂੰ 2 ਦਿਨ ਦੇ ਵਿੱਚ ਆਫਰ ਲੈਟਰ ਆ ਜਾਂਦੀ ਹੈ। ਉਸ ਤੋਂ ਬਾਅਦ ਤੁਸੀਂ ਆਪਣੀ ਫੀਸ ਪੇ ਕਰੋ ਔਰ ਅਸੀਂ ਤੁਹਾਡੀ ਫਾਈਲ ਜਿਹੜੀ ਆ ਫਾਸਟ ਟਰੈਕ ਦੇ ਅੰਦਰ 10 ਤੋਂ 15 ਦਿਨਾਂ ਦੇ ਵਿੱਚ ਅੰਬੈਸੀ ਤੱਕ ਪਹੁੰਚਾ ਦਾਂਗੇ। 10 ਤੋਂ 15 ਦਿਨਾਂ ਦੇ ਵਿੱਚ ਹੀ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਲੱਗ ਜਾਏਗੀ। ਜਿੰਨਾ ਫਾਸਟ ਤੁਸੀਂ ਕੰਮ ਕਰੋਗੇ ਉਨਾ ਫਾਸਟ ਅਸੀਂ ਕੰਮ ਕਰਾਂਗੇ ਔਰ ਤੁਹਾਡਾ ਜਿਹੜਾ ਰਿਜ਼ਲਟ ਆ ਉਹ 1 ਮਹੀਨੇ ਦੇ ਵਿੱਚ ਹੀ ਤੁਹਾਡੇ ਕੋਲ ਆ ਜਾਏਗਾ ਕਿ 2,30,000 ਰੁਪਏ ਦੇ ਵਿੱਚ ਤੁਸੀਂ ਕੈਨੇਡਾ ਟੋਰਾਂਟੋ ਦੇ ਵਿੱਚ ਜਿਹੜਾ ਹੈਗਾ ਪੜ੍ਹਾਈ ਕਰਨ ਜਾ ਸਕਦੇ। ਦੂਸਰੀ ਗੱਲ ਜੀ, ਜਿਹੜੇ ਬੱਚਿਆਂ ਨੇ ਹਜੇ ਆਇਲਟਸ ਨਹੀਂ ਕੀਤੀ, ਟੈਸਟ ਦੇ ਰਹੇ ਨੇ, ਕਿਉਂਕਿ ਤੁਹਾਡੀ ਸਕੀਮ ਹੈ, ਤੁਸੀਂ ਕਹਿ ਰਹੇ ਹੋ 31 ਦਸੰਬਰ ਤੱਕ, ਕਿ ਉਹ ਇਸ ਸਕੀਮ ਤੋਂ ਵਾਂਝੇ ਰਹਿ ਜਾਣਗੇ?
ਐਕਚੁਅਲੀ ਦੇਖੋ 31 ਦਸੰਬਰ ਇਸ ਲਈ ਅਸੀਂ ਲਾਸਟ ਡੇਟ ਰੱਖੀ ਕਿਉਂਕਿ ਸਾਡੇ ਇਸ ਕਾਲਜ ਦੇ ਵਿੱਚ ਸਿਰਫ 200 ਹੀ ਸੀਟਸ ਹੈਗੀਆਂ ਜੀ ਔਰ ਮੈਨੂੰ ਇਹ ਪਤਾ ਹੈ ਕਿ ਜਦੋਂ ਇਹ ਆਫਰ ਲੋਕਾਂ ਤੱਕ ਪਹੁੰਚਣੀ ਆ ਤੇ 200 ਐਪਲੀਕੇਸ਼ਨਸ ਫਿਲ ਹੁੰਦਿਆਂ ਟਾਈਮ ਨਹੀਂ ਲੱਗਣਾ ਹੈਗਾ। ਸੋ 31 ਦਸੰਬਰ ਤੋਂ ਪਹਿਲਾਂ ਜਿੰਨੇ ਵੀ ਸਟੂਡੈਂਟ ਅਪਲਾਈ ਕਰ ਸਕਦੇ ਆ ਕਿਉਂਕਿ ਸਾਡੇ ਕੋਲ ਸਿਰਫ 200 ਹੀ ਸੀਟਾਂ ਅਵੇਲੇਬਲ ਹੈਗੀਆਂ ਜਿਹੜਾ ਕਰੰਟ ਸਾਡੇ ਕੋਲ ਇਨਟੇਕ ਹੈਗਾ। ਉਸ ਤੋਂ ਬਾਅਦ ਜਿਹੜਾ ਹੈਗਾ ਅਗਲਾ ਇਨਟੇਕ ਹੋਏਗਾ ਜਿਹੜੇ ਵੀ ਸਟੂਡੈਂਟ ਨਵਾਂ ਸਾਲ ਤੇ ਕ੍ਰਿਸਮਸ ਜਿਹੜਾ ਹੈਗਾ ਉਹ ਕੈਨੇਡਾ ਦੇ ਵਿੱਚ ਜਾ ਕੇ ਮਨਾਉਣਾ ਚਾਹੁੰਦੇ ਨੇ ਇਸ ਆਫਰ ਦਾ ਲਾਭ ਉਠਾ ਸਕਦੇ। ਤੁਸੀਂ ਸਿਰਫ 1 ਸਾਲ ਦੀ ਫੀਸ 2,30,000 ਰੁਪਏ ਦੇ ਕੇ ਜਾ ਸਕਦੇ ਹੋ ਔਰ ਇਸ ਵੀਡੀਓ ਨੂੰ ਪੰਜਾਬ ਦੇ ਹਰ ਉਸ ਘਰ ਦੇ ਵਿੱਚ ਪਹੁੰਚਾ ਦਿਓ ਜਿਨ੍ਹਾਂ ਦਾ ਬੇਟਾ ਬੇਟੀ ਘੱਟ ਪੈਸਿਆਂ ਦੇ ਵਿੱਚ ਪੜ੍ਹਾਈ ਕਰਨ ਜਾਣਾ ਚਾਹੁੰਦੇ ਆ। ਸੋ ਨਿਖਿਲ ਜੀ ਇਹ ਸਕੀਮ ਇਹ ਆਫਰ ਅਸੀਂ ਇਸ ਲਈ ਲੈ ਕੇ ਆਏ, ਲੰਬੀ ਰਿਸਰਚ ਕੀਤੀ ਔਰ ਅੱਜ ਕੱਲ ਕੰਪੀਟੀਸ਼ਨ ਦਾ ਜ਼ਮਾਨਾ ਹੈਗਾ। ਬਹੁਤ ਸਾਰੇ ਲੋਕ ਜਿਹੜੇ ਹੈਗੇ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਲਈ ਤਰ੍ਹਾਂ ਦੀਆਂ ਆਫਰ ਲੈ ਕੇ ਆਉਂਦੇ ਨੇ। ਸੋ ਅਸੀਂ ਵੀ ਆਫਰ ਲਿਆਉਂਦੇ ਰਹਿੰਦੇ ਆ ਬਟ ਇਹੋ ਜਿਹੀ ਆਫਰ ਨਾ ਕਦੀ ਕਿਸੇ ਨੇ ਲਿਆਂਦੀ ਤੇ ਨਾ ਹੀ ਕੋਈ ਲਿਆ ਸਕੇਗਾ। ਸੋ ਬਹੁਤ ਸਾਰੇ ਏਜੰਟ ਹੈਗੇ ਜੀ ਕਹਿੰਦੇ ਜੀ ਵੀਜ਼ੇ ਤੋਂ ਬਾਅਦ ਕਮਿਸ਼ਨ ਵੀ ਵਾਪਸ ਕਰ ਦਾਂਗੇ। ਸੋ ਅਸੀਂ ਉਹ ਚੈਪਟਰ ਹੀ ਕਲੋਜ਼ ਕਰ ਦਿੱਤਾ ਕਿ ਵੀਜ਼ੇ ਤੋਂ ਬਾਅਦ ਕਮਿਸ਼ਨ ਵਾਪਸ ਕਰਨ ਦੀ ਨੌਬਤ ਹੀ ਨਾ ਆਵੇ। ਅਸੀਂ ਕਾਲਜ ਨੂੰ ਕਹਿਤਾ ਕਿ ਸਾਨੂੰ ਕੁਝ ਨਹੀਂ ਚਾਹੀਦਾ, ਤੂੰ ਸਾਨੂੰ ਸਾਡੀ ਕਮਿਸ਼ਨ ਕੱਟਣ ਤੋਂ ਬਾਅਦ ਫੀਸ ਦੱਸ ਕਿ ਕਿੰਨੀ ਲਏਗਾ। ਸੋ ਕਹਿੰਦੇ ਦਲੇਰੀ ਜੀ ਹਾਂਜੀ ਗੱਲ ਸੁਣੋ, ਕਮਿਸ਼ਨ ਛੱਡਣ ਛਡਾਉਣ ਵਾਲੀਆਂ ਗੱਲਾਂ ਛੱਡੋ। ਉਹ ਕਹਿ ਰਹੇ ਨੇ ਜੀ ਆਪਾਂ ਸਾਰਾ ਕੁਝ ਛੱਡ ਛਡਾ ਕੇ ਸਿੱਧਾ ਡਿਸਕਾਊਂਟ ਲੈ ਕੇ ਪਰ ਸਿਰਫ 200 ਸੀਟਾਂ। ਮੈਂ ਤੁਹਾਨੂੰ ਦੱਸ ਦਵਾਂ ਜੀ ਇੱਕ ਗੱਲ ਜਿਹੜੀ ਆ ਗੌਰ ਕਰਨ ਵਾਲੀ ਆ, ਗੱਲ ਰਹਿ ਨਾ ਜਾਵੇ, ਮੈਂ ਇਸ ਕਰਕੇ ਇਹਨਾਂ ਨੂੰ ਥੋੜਾ ਰੋਕ ਰਿਹਾ ਜੀ। 31 ਦਸੰਬਰ ਲਾਸਟ ਡੇਟ, ਪਰ ਉਸ ਤੋਂ ਪਹਿਲਾਂ ਵੀ ਆਫਰ ਬੰਦ ਹੋ ਸਕਦੀ ਹੈ ਕਿਉਂਕਿ 200 ਸੀਟਾਂ ਇਹਨਾਂ ਕੋਲ ਹੈਗੀਆਂ ਨੇ। ਸੋ ਜੇਕਰ ਤੁਹਾਡੇ ਕੋਲ ਐਲੀਜੀਬਿਲਟੀ ਕ੍ਰਾਈਟੇਰੀਆ ਹੈਗਾ ਵਾ ਤੇ ਤੁਸੀਂ ਇਹਨਾਂ ਕੋਲ ਆ ਕੇ ਅਪਲਾਈ ਕਰੋ, ਰਿਸਰਚ ਕਰੋ, ਜੋ ਵੀ ਆਪਣਾ ਡਿਸੀਜਨ ਲੈਣਾ ਲਵੋ, ਟਾਈਮ ਸਿਰ ਲਵੋ। ਪਰ ਜੇਕਰ ਉਸ ਤੋਂ ਪਹਿਲਾਂ ਸੀਟਾਂ ਭਰ ਗਈਆਂ ਤੇ ਕਮੈਂਟ ਬਾਕਸ ਦੇ ਵਿੱਚ ਅਪਡੇਟ ਕਰ ਦਿੱਤਾ ਜਾਏਗਾ। ਉਸ ਤੋਂ ਬਾਅਦ ਇਸ ਆਫਰ ਵਾਸਤੇ ਸੰਪਰਕ ਨਾ ਕਰੋ। ਹਾਂ ਅਗਲੇ ਕੋਈ ਪਲਾਨ ਤੁਹਾਡੇ ਹੈਗੇ ਆ ਉਹਦੇ ਨਾਲ ਰਿਲੇਟਡ ਤੁਸੀਂ ਸੰਪਰਕ ਕਰ ਸਕਦੇ ਹੋ, ਪਰ ਫਿਲਹਾਲ ਸਿਰਫ 200 ਸੀਟਾਂ। ਦੂਸਰੀ ਗੱਲ ਇੱਕ ਕਲੀਅਰ ਕਰਨਾ ਮੈਂ ਸਵਾਲ, ਕਿਉਂਕਿ 200 ਸੀਟਾਂ ਜੀ ਤੁਸੀਂ ਸਟੱਡੀ ਵੀਜ਼ਾ ਐਕਸਪਰਟ ਹੋ, ਤੁਹਾਡੀ ਕੰਪਨੀ ਕੈਂਬਰਿਜ ਦਾ ਨਾਮ ਹੈਗਾ ਵਾ, ਤੁਹਾਡੇ ਕੋਲ ਬਹੁਤ ਸਟੂਡੈਂਟ ਆਉਂਦੇ ਨੇ, ਤੁਹਾਡਾ ਜਿਹੜੀ ਹੈ ਤੁਹਾਡੀ ਪ੍ਰਾਥਮਿਕਤਾ ਪ੍ਰਾਇੋਰਟੀ ਤੁਹਾਡੀ ਕੀ ਹੋਏਗੀ? ਕਿਉਂਕਿ ਤੁਹਾਡੇ ਕੋਲ 200 ਸੀਟਾਂ ਹੈ। ਇਹ ਨਾ ਹੋਵੇ ਕਿਸੇ ਕੋਈ ਬੱਚਾ ਆਇਲਟਸ ਕਰ ਰਿਹਾ ਉਹ ਤੁਹਾਡੇ ਕੋਲ ਆ ਕੇ ਰਜਿਸਟ੍ਰੇਸ਼ਨ ਕਰਾ ਦੇਵੇ, ਤੁਸੀਂ ਕਹੋ ਜੀ ਇਹਦਾ ਰਹਿਣ ਦਿੰਦੇ ਆ ਜੀ, ਇਹਨੇ ਤਾਂ ਪਤਾ ਨਹੀਂ ਕਦੋਂ ਕਰਨੀ ਹੈ, ਮੇਰੇ ਕੋਲ ਆਇਲਟਸ ਵਾਲੇ ਕੇਸ ਆਏ ਆ। ਇਦਾਂ ਤਾਂ ਨਹੀਂ ਹੋਏਗਾ ਜੀ? ਨਹੀਂ ਐਕਚੁਅਲੀ ਕੀ ਹੈਗਾ ਕਿ ਦੇਖੋ ਕੋਈ ਵੀ ਇਨਟੇਕ ਹੈਗਾ, ਹੁਣ ਮੰਨ ਲਓ ਜਨਵਰੀ ਇਨਟੇਕ 'ਚ ਕਿਸੇ ਨੇ ਜਾਣਾ ਵਾ, ਉਹਦੇ ਲਈ ਸਮਾਂ ਖਤਮ ਹੋ ਗਿਆ। ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਜਿਹੜਾ ਅਗਲਾ ਇਨਟੇਕ ਹੈਗਾ ਮਾਰਚ ਇਨਟੇਕ ਹੈਗਾ। ਸੋ ਇਹ ਸੀਟਾਂ ਇਨਟੇਕ ਵਾਈਜ਼ ਹੁੰਦੀਆਂ। ਇਸ ਵੇਲੇ ਜਿਹੜਾ ਨੈਕਸਟ ਇਨਟੇਕ ਸਾਡੇ ਕੋਲ ਆ ਰਿਹਾ ਹੈਗਾ ਉਹਦੇ ਲਈ ਸਿਰਫ 200 ਸੀਟਾਂ ਹੈਗੀਆਂ। ਸੋ ਅੱਜ ਅਸੀਂ ਸਕੀਮ ਲਾਂਚ ਕਰ ਰਹੇ, ਬਟ ਇਸ ਤੋਂ ਪਹਿਲਾਂ ਵੀ ਸਾਡੇ ਜਿਹੜੇ ਸਟਾਫ ਵੱਲੋਂ ਜਿਹੜੇ ਸਟੂਡੈਂਟ ਨੂੰ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹੈਗੀਆਂ। ਸੋ ਉਹਦੀ ਬਦੌਲਤ 50 ਲੋਕ ਫਾਈਲ ਆਪਣੀ ਰਜਿਸਟਰਡ ਕਰਵਾ ਵੀ ਚੁੱਕੇ ਹੈਗੇ। ਸੋ ਕਾਲਜ ਦੇ ਵਿੱਚ ਡਿਫਰੈਂਟ ਪ੍ਰੋਗਰਾਮ ਅਵੇਲੇਬਲ ਨੇ। ਸੋ ਸਾਡੇ ਕੋਲ ਇਸ ਟਾਈਮ ਦੇ ਉੱਤੇ ਉਹ 50 ਕੇਸਾਂ ਤੋਂ ਬਾਅਦ 200 ਸੀਟਸ ਜਿਹੜੀਆਂ ਉਹ ਬਚੀਆਂ ਹੈਗੀਆਂ। ਸੋ ਜਿਹੜਾ ਵੀ ਸਟੂਡੈਂਟ ਘੱਟ ਪੈਸਿਆਂ ਦੇ ਵਿੱਚ ਜਾਣਾ ਚਾਹੁੰਦਾ ਹੈ 2,30,000 ਰੁਪਏ 1 ਸਾਲ ਦੀ ਫੀਸ ਦੇ ਕੇ ਕੈਨੇਡਾ ਵਿੱਚ ਜਾ ਸਕਦੇ। ਮੈਂ ਆਫਰਾਂ ਵਾਲੀਆਂ ਗੱਲਾਂ ਤੇ ਬਾਰ-ਬਾਰ ਕਿਉਂ ਆ ਰਿਹਾ ਸੀ ਕਿ ਅੱਜ ਕੱਲ ਬੱਚਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿ ਤੁਸੀਂ ਸਾਡੇ ਤੋਂ ਫਾਈਲ ਲਗਾਓ, ਅਸੀਂ ਤੁਹਾਨੂੰ ਵੀਜ਼ੇ ਤੋਂ ਬਾਅਦ ਕਮਿਸ਼ਨ ਵੀ ਦੇ ਦਾਂਗੇ। ਬਟ ਇੱਥੇ ਅਸੀਂ ਜਿਹੜੀ ਚੀਜ਼ ਨਵੀਂ ਲੈ ਕੇ ਆਏ ਹਾਂ, ਨਾ ਕਦੀ ਕੋਈ ਲਿਆਇਆ ਤੇ ਨਾ ਹੀ ਕੋਈ ਲੈ ਕੇ ਆ ਸਕਦਾ। ਅਸੀਂ ਕਾਲਜ ਨੂੰ ਕਹਿ ਕੇ ਆਪਣੀ ਕਮਿਸ਼ਨ ਹੀ ਖਤਮ ਕਰ ਦਿੱਤੀ ਕਿ ਸਾਨੂੰ ਕੋਈ ਕਮਿਸ਼ਨ ਨਹੀਂ ਚਾਹੀਦੀ। ਸਾਡੀ ਕਮਿਸ਼ਨ ਦੇ ਪੈਸੇ ਤੁਸੀਂ ਬੱਚੇ ਦੇ ਖਾਤੇ ਦੇ ਵਿੱਚ ਪਾ ਦਿਓ, ਕੱਟ ਕਟਾ ਕੇ 1 ਸਾਲ ਦੀ ਫੀਸ 2,30,000 ਰੁਪਈਆ ਕੋਈ ਵੀ ਇਮੀਗ੍ਰੇਸ਼ਨ ਕੰਸਲਟੈਂਟ ਨਾ ਕਦੀ ਲੈ ਕੇ ਆਇਆ ਤੇ ਨਾ ਕਦੀ ਲਿਆਏਗਾ। ਸਾਡੇ ਕੋਲ ਤੁਸੀਂ ਇਸ ਆਫਰ ਦਾ ਲਾਭ ਉਠਾ ਕੇ ਪੰਜਾਬ ਦਾ ਹਰ ਉਹ ਨੌਜਵਾਨ ਜਿਹੜਾ ਪੈਸਿਆਂ ਦੀ ਖਾਤਰ ਕੈਨੇਡਾ ਨਹੀਂ ਜਾ ਸਕਦਾ, ਅੱਜ ਹਰ ਉਹ ਨੌਜਵਾਨ ਕੈਨੇਡਾ ਦੀ ਧਰਤੀ ਤੇ ਪਹੁੰਚੇਗਾ। ਇਹ ਨਹੀਂ ਕਿ ਉਹ ਜੰਗਲ 'ਚ ਕਾਲਜ ਆ। ਬਹੁਤ ਸਾਰੇ ਲੋਕ ਸਸਤੀਆਂ ਫੀਸਾਂ 'ਚ ਵੀ ਕਾਲਜ ਵੇਚਦੇ ਹੈਗੇ ਨੇ। ਉਹ ਕਾਲਜਾਂ ਦੀਆਂ ਲੋਕੇਸ਼ਨਾਂ ਹੀ ਇਹੋ ਜਿਹੀਆਂ ਹੈਗੀਆਂ ਕਿ ਜਿੱਥੇ ਕੋਈ ਚਿੜੀ ਗਾਂ ਹੀ ਨਹੀਂ ਨਜ਼ਰ ਆਉਂਦਾ, ਬੱਚੇ ਨੂੰ ਕੰਮ ਕਰ ਕੀ ਮਿਲਣਾ। ਮੈਂ ਗੱਲ ਕਰ ਰਿਹਾ ਟੋਰਾਂਟੋ ਦੀ, ਜਿੱਥੇ ਹਰ ਪੰਜਾਬ ਦਾ ਨੌਜਵਾਨ ਜਾਣਾ ਚਾਹੁੰਦਾ ਔਰ ਡਾਊਨਟਾਊਨ ਲੋਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ। ਸੋ ਜੇਕਰ ਤੁਹਾਡਾ ਵੀ ਬਜਟ 2,30,000 ਰੁਪਏ ਕੈਨੇਡਾ ਵਿੱਚ ਪੜ੍ਹਾਈ ਕਰਨ ਜਾਣਾ ਚਾਹੁੰਦੇ ਹੋ, ਟੋਰਾਂਟੋ ਜਾਣਾ ਚਾਹੁੰਦੇ ਹੋ, ਔਰ ਇੱਕ ਚੀਜ਼ ਦੁਬਾਰਾ ਰਿਪੀਟ ਕਰਦਾ ਕਿ ਇੱਥੇ ਇਕੱਲੀ ਤੁਹਾਡੀ ਪੜ੍ਹਾਈ ਨਹੀਂ ਹੋਣੀ,
ਇਹ ਉਹ ਕਾਲਜ ਆ ਜਿੱਥੇ ਤੁਹਾਨੂੰ ਪੜ੍ਹਾਈ ਤੋਂ ਬਾਅਦ ਜੌਬ ਤੇ ਵੀ ਲਵਾਏਗਾ, ਯਾਨੀ ਕਿ ਨਾਲੇ ਪੁੰਨ ਤੇ ਨਾਲੇ ਫਲੀਆਂ। ਕਿ ਪੜ੍ਹਾਈ ਤੋਂ ਬਾਅਦ ਅੱਜ ਤੱਕ ਬਹੁਤ ਸਾਰੇ ਕਾਲਜ ਨੇ, ਐਡੇ ਤਗੜੇ ਕਾਲਜ ਆ, ਕੋਈ ਵੀ ਪੜ੍ਹਾਈ ਤੋਂ ਬਾਅਦ ਜੌਬ ਦੀ ਗਰੰਟੀ ਨਹੀਂ ਦਿੰਦਾ। ਬਟ ਜਿਹੜੇ ਕਾਲਜ ਨੂੰ ਅਸੀਂ ਲੈ ਕੇ ਆਏ ਆ, ਤੁਹਾਡੀ ਆਫਰ ਲੈਟਰ ਦੇ ਉੱਤੇ ਜੌਬ ਪਲੇਸਮੈਂਟ ਲਿਖ ਕੇ ਆਏ। ਲੋ ਜੀ, ਇੱਕ ਹੋਰ ਜਿਹੜੀ ਆ ਗੱਲ ਮੈਂ ਤੁਹਾਨੂੰ ਦੱਸ ਦਵਾਂ ਕਿ ਵਾਕਈ ਕੁਝ ਸਮਾਂ ਪਹਿਲਾਂ ਸਭ ਤੋਂ ਸਸਤੇ ਕਾਲਜ ਦੀ ਮੈਂ ਜਿਹੜੀ ਐਡ ਦੇਖੀ ਸੀ, ਜਿੱਥੋਂ ਤੱਕ ਮੈਨੂੰ ਨੌਲੇਜ ਹੈ ਜੀ, $6500 ਦੀ ਕਿਊਬਿਕ ਦੇ ਕਾਲਜ ਸੀ। ਕਿਊਬਿਕ ਜਾਣ ਵਾਸਤੇ ਬੱਚਾ ਸਮਝੌਤਾ ਕਿਉਂ ਕਰਦਾ ਸੀ? ਜ਼ਿਆਦਾਤਰ ਪ੍ਰੈਫਰੈਂਸ ਹੁੰਦੀ ਹੈ ਲੋਕਾਂ ਦੀ ਕਿ ਉਹ ਓਨਟਾਰੀਓ ਜਾਣਾ ਚਾਹੁੰਦੇ ਨੇ, ਟੋਰਾਂਟੋ ਜਾਣਾ ਚਾਹੁੰਦੇ ਨੇ, ਪਰ ਫੀਸ ਦੇ ਕਰਕੇ ਉਹ ਉੱਥੋਂ ਦੀ ਮੂਵ ਹੋ ਕੇ ਉਹ ਚੱਲ ਜਾਂਦੇ ਨੇ, ਮੌਂਟਰੀਅਲ ਚੱਲ ਜਾਂਦੇ ਨੇ, ਕਿਊਬਿਕ ਚਲੇ ਜਾਂਦੇ ਨੇ ਕਿ ਚਲੋ ਆਪਾਂ ਅਪ ਡਾਊਨ ਕਰ ਲਾਂਗੇ, ਜਾਂ ਕੋਈ ਵੀ ਹਫਤੇ ਦੇ ਵਿੱਚ ਆਪਾਂ ਵੀਕਐਂਡ ਉੱਥੇ ਸੈਲੀਬ੍ਰੇਟ ਕਰ ਲਾਂਗੇ। ਸੋ ਉਹਨਾਂ ਵਾਸਤੇ ਵੀ ਖੁਸ਼ਖਬਰੀ ਹੈ ਜੀ, ਜਿਹੜੇ ਕਿ ਪੜ੍ਹਾਈ ਕਰਨਾ ਚਾਹੁੰਦੇ ਸੀ ਬਰੈਂਪਟਨ, ਟੋਰਾਂਟੋ, ਓਨਟਾਰੀਓ, ਜਿਹੜੇ ਵੀ ਆਸ-ਪਾਸ ਦੇ ਇਲਾਕੇ, ਉਹਨਾਂ ਵਾਸਤੇ ਚੰਗੀ ਖਬਰ ਹੈ ਜੀ। ਇੰਨੀ ਘੱਟ ਫੀਸ ਨਾ ਤਾਂ ਤੁਸੀਂ ਕਦੀ ਸੁਣੀ ਹੋਏਗੀ, ਹਜੇ ਤੱਕ ਮੈਂ ਨਹੀਂ ਸੁਣੀ। ਜੇ ਕਿਸੇ ਨੇ ਸੁਣੀ ਹੈ ਤੇ ਉਹ ਥੱਲੇ ਕਮੈਂਟ ਬਾਕਸ ਦੇ ਵਿੱਚ ਜਿਹੜਾ ਲਿਖ ਦੇਵੇ। ਇੱਕ ਗੱਲ ਹੋਰ ਸਵਾਲ ਪੁੱਛਾਂਗਾ ਜੀ, ਜੇ ਤੁਸੀਂ ਕਹਿ ਰਹੇ ਹੋ ਕਿ ਜੀ ਆਪਾਂ ਇੰਨਾ ਡਿਸਕਾਊਂਟ ਦੇਤਾ, ਸਭ ਕੁਝ ਛੱਡਤਾ, ਤੇ ਆਪਾਂ ਕੀ ਕਮਾਵਾਂਗੇ? ਇਹ ਵੀ ਦੱਸੋ। ਨਹੀਂ ਅਸੀਂ ਕਮਾਵਾਂਗੇ ਜੀ, ਬੱਚੇ ਕੋ ਫਾਈਲ ਚਾਰजेस ਲਵਾਂਗੇ, ਇਹ ਨਹੀਂ ਕਿ ਹਿਡਨ, ਓਪਨਲੀ ਦੱਸ ਰਿਹਾ ਜੀ। ਜਿੰਨਾ ਬੱਚਿਆਂ ਦੇ ਆਇਲਸ ਦੇ ਵਿੱਚੋਂ 6 ਚ ਬੈਂਡ ਆ, ਉਹਨਾਂ ਤੋਂ ਅਸੀਂ 20000 ਰੁਪਏ ਆਪਣੀ ਕੰਪਨੀ ਦੇ ਪ੍ਰੋਸੈਸਿੰਗ ਚਾਰਜ ਲਵਾਂਗੇ। ਜਿਨ੍ਹਾਂ ਦੇ ਓਵਰਆਲ 6 1 ਚੋਂ 5.5, ਉਹਨਾਂ ਕੋਲ 25000 ਰੁਪਏ ਸਾਡੇ ਸਰਵਿਸ ਚਾਰਜ ਆ। ਇਹ ਕੋਈ ਵੀ ਨਹੀਂ ਸਟਾਰ ਸਟੂਰ ਲਾ ਕੇ ਨਹੀਂ ਐਡ ਕਰ ਰਹੇ, ਖੁੱਲਾ ਸੱਦਾ ਹੈਗਾ। ਸੋ ਜਿਹੜੀ ਤੁਸੀਂ ਚੀਜ਼ ਦੱਸੀ ਸੀ ਕਿ ਸੇਲ ਲੱਗੀ ਆ, ਸੋ ਇਹ ਸੇਲ ਦਾ ਫਾਇਦਾ ਉਠਾਓ ਔਰ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਜਾਣ ਦਾ ਸੁਪਨਾ ਪੂਰਾ ਕਰੋ। ਕੋਈ ਵੀ ਸਟਾਰ ਲਾ ਕੇ ਸਾਡੀ ਐਡ ਨਹੀਂ ਹੈ। ਸੋ 25000 ਰੁਪਏ ਜਿਨ੍ਹਾਂ ਦੇ 6 ਬੈਂਡ ਇੱਕ ਮੋਡਿਊਲ ਚੋਂ 5.5 ਨੇ, ਉਹਨਾਂ ਤੋਂ ਲਏ ਜਾਣਗੇ, ਔਰ 6 ਈਚ ਬੈਂਡ ਵਾਲਿਆਂ ਕੋਲ 20000 ਰੁਪਏ ਲੈ ਜਾਏਗਾ। ਔਰ 2,30,000, ਬਾਰ-ਬਾਰ ਇਹ ਗੱਲ ਬੋਲ ਰਿਹਾ, 2,30,000 ਰੁਪਏ ਦੇ ਵਿੱਚ ਤੁਹਾਨੂੰ ਦੁਨੀਆ ਦਾ ਕੋਈ ਵੀ ਇਮੀਗ੍ਰੇਸ਼ਨ ਕੰਸਲਟੈਂਟ ਕੈਨੇਡਾ ਨਹੀਂ ਭੇਜ ਸਕਦਾ। ਸੋ ਇਸ ਆਫਰ ਦਾ ਲਾਭ ਉਠਾਓ। ਔਰ ਇਹੋ ਜਿਹੀਆਂ ਜਿਹੜੀਆਂ ਐਡਾਂ ਚੱਲ ਰਹੀਆਂ ਹੈਗੀਆਂ ਕਿ ਵੀਜ਼ੇ ਤੋਂ ਬਾਅਦ ਕਮਿਸ਼ਨ ਵਾਪਸ ਦੇਵਾਂਗੇ, ਅਸੀਂ ਕਮਿਸ਼ਨ ਕੈਨੇਡਾ ਆਉਣ ਤੇ ਹੀ ਖਤਮ ਕਰ ਦਿੱਤੀ ਹੈ ਕਿ ਸਾਨੂੰ ਕੋਈ ਕਮਿਸ਼ਨ ਨਹੀਂ ਚਾਹੀਦੀ। ਜਿਹੜੀ ਕਮਿਸ਼ਨ ਆਉਣੀ ਹੈ ਉਹ ਬੱਚਿਆਂ ਨੂੰ ਸਿੱਧੀ ਡਾਇਰੈਕਟ ਆਵੇ, ਉਹ ਫੀਸ ਚੋਂ ਹੀ ਲੈਸ ਕਰਾਤੇ ਨਾ, ਉਹ ਪੈਸੇ ਆਉਣਗੇ ਫਿਰ ਦਵਾਂਗੇ, ਉਹ ਪਤਾ ਨਹੀਂ ਸਾਲ ਬਾਅਦ ਕਿਸੇ ਨੂੰ ਚੇਤਾ ਰਹਿਣਾ ਕਿ ਨਹੀਂ ਰਹਿਣਾ। ਲੋ ਜੀ, ਭਾਜੀ ਦੀ ਇੱਕ ਗੱਲ ਮੈਨੂੰ ਵਧੀਆ ਲੱਗੀ ਜੀ, ਮੈਂ ਸਵਾਲ ਪੁੱਛਿਆ, ਉਹਨਾਂ ਨੇ ਸਿੱਧਾ ਜਵਾਬ ਦਿੱਤਾ, ਕੋਈ ਸਟਾਰ ਵਾਲਾ ਗੱਲ ਨਹੀਂ। ਅਗਲੇ ਕਹਿੰਦੇ ਠੀਕ ਹੈ ਜੀ, ਆਪਾਂ ਕਮਾਣਾ ਹੈ 20000 ਰੁਪਇਆ। ਜੇ ਤੁਹਾਡੇ 6 ਬੈਂਡ ਹੈਗੇ ਜੇ ਓਵਰਆਲ ਈਚ, ਜੇ ਈਚ 6 ਬੈਂਡ ਹੈ, ਤੇ ਜੇ ਕਿਸੇ ਇੱਕ ਤੁਹਾਡੇ ਜੇ ਇੱਕ ਦੇ ਵਿੱਚ ਹੈਗੇ 5.5 ਤੇ 25 ਇਮਾਨਦਾਰੀ ਵਾਲੀ ਗੱਲ ਹੈ ਜੀ, ਵਧੀਆ ਗੱਲ ਹੈ, ਐਵੇਂ ਇੱਥੇ ਆਓ ਤੁਹਾਨੂੰ ਪਤਾ ਲੱਗੇ। ਸੋ ਪਰ ਕਾਲਜ ਸਸਤਾ ਵਾ। ਦੂਸਰੀ ਗੱਲ ਇਹ ਹੈਗੀ ਹੈ ਜੀ, ਮੈਂ ਇੱਕ ਹੋਰ ਗੱਲ ਪੁੱਛਣੀ ਚਾਹਾਂਗਾ ਕਿ ਟੋਰਾਂਟੋ ਦੇ ਵਿੱਚ ਤੁਸੀਂ ਇਹ ਜਿਹੜੀ ਹੁਣ ਤੁਸੀਂ ਆਫਰ ਦਿੱਤੀ ਹੈ ਕਿ ਟੋਰਾਂਟੋ ਦੇ ਵਿੱਚ ਜਿਹੜੇ ਆਮ ਤੌਰ ਦੇ ਉੱਤੇ ਲੋਕੀ ਸੋਚਦੇ ਟੋਰਾਂਟੋ ਯਾਰ ਬਹੁਤ ਮਹਿੰਗਾ ਹੈ, ਇਹਦੇ ਕਰਕੇ ਤੁਹਾਨੂੰ ਵੀ ਪਤਾ ਕਿ ਕਾਫੀ ਸਟੂਡੈਂਟ ਤੁਹਾਡੇ ਕੋਲ ਵੀ ਆਉਂਦੇ ਨੇ ਜਿਹੜੇ ਕਿ ਰਹਿਣਾ ਚਾਹੁੰਦੇ ਨੇ ਟੋਰਾਂਟੋ, ਪਰ ਪੜ੍ਹਨਾ ਚਾਹੁੰਦੇ ਨੇ ਕਿਊਬਿਕ ਦੇ ਵਿੱਚ, ਕਿਉਂਕਿ ਉੱਥੇ ਦੀ ਜਿਹੜੀ ਫੀਸ ਹੈ ਘੱਟ ਹੈ, ਸਟਰਕਚਰ 6500 ਘੱਟ ਹੈ। ਤੁਸੀਂ ਇਹ ਦੱਸੋ ਕਿ ਇਹ ਜਿਹੜਾ ਕੋਰਸ ਹੈਗਾ ਵਾ, ਇਸ ਕੋਰਸ ਨੂੰ ਲੈ ਕੇ ਅੱਗੋਂ ਰੋਜ਼ਗਾਰ ਦੇ ਕੀ ਅਗਲੇ ਵਾਸਤੇ ਉਮੀਦ ਹੈ? ਰੋਜ਼ਗਾਰ ਦੀ ਤੇ ਜਦੋਂ ਗਰੰਟੀ ਦੇਤੀ ਜੀ, ਕਾਲਜ ਦੀ ਆਫਰ ਲੈਟਰ ਤੇ ਲਿਖ ਕੇ ਆਏਗਾ ਰੋਜ਼ਗਾਰ ਨਾਲ ਮਿਲਣਾ, ਜੌਬ ਪਲੇਸਮੈਂਟ ਨਾਲ ਆ। ਸੋ ਕਾਲਜ ਲਿਖ ਕੇ ਦੇਗਾ। ਕਾਲਜ ਲਿਖ ਕੇ ਲੋ ਜੀ, ਕਰੋ ਜੀ ਨੋਟ। ਇੱਕ ਨਵੀਂ ਗੱਲ ਹੋਰ ਕਿ ਕਾਲਜ ਲਿਖ ਕੇ ਦੇਗਾ ਜੌਬ ਪਲੇਸਮੈਂਟ ਦੀ ਗਾਰੰਟੀ। ਜੇ ਕਾਲਜ ਨੇ ਲਿਖ ਕੇ ਦੇਤਾ ਤੇ ਫੇਰ ਹੀ ਯਕੀਨ ਕਰਨਾ ਜੀ, ਇਹਨਾਂ ਦੀ ਗੱਲਾਂ ਦੇ ਉੱਤੇ ਲਿਖੀ ਲਿਖਾਈ ਗੱਲ ਤੇ ਯਕੀਨ ਕਰਨਾ। ਵਾਕਈ ਬੜੀ ਬਿਹਤਰੀਨ ਆਫਰ ਹੈ ਜੀ। ਜੇਕਰ 2,30,000 ਸਾਲ ਦਾ ਖਰਚਾ, ਯਾਨੀ ਕਿ ਟੋਟਲ ਬਣ ਗਿਆ 4,60,000 ਰੁਪਇਆ। ਸੋ ਮੈਂ ਮੁੱਕਦੀ ਗੱਲ ਫੇਰ ਕਵਾਂਗਾ ਜੀ, ਆਪਾਂ ਕੋਈ ਗੱਡੀ ਕਿਸ਼ਤਾਂ ਤੇ ਲੈਣੇ ਆ ਜੀ, ਉਹਦੀ 20,000 ਰੁਪਏ ਕਿਸ਼ਤ ਬਣਦੀ ਹੈ ਜੀ ਘੱਟੋ ਘੱਟ, ਔਰ ਮੈਨੂੰ ਲੱਗਦਾ 5 ਸਾਲ ਦਾ ਕੇਸ ਬਣ ਜਾਂਦਾ। ਇਹ ਤਾਂ ਸਿਰਫ 20,000 ਰੁਪਏ ਮਹੀਨਾ ਐਵਰੇਜ ਤੁਹਾਡੀ ਬਣੀ, ਔਰ ਸਿਰਫ 2 ਸਾਲ ਦਾ। ਤਾਂ ਜੇ ਤੁਸੀਂ ਲੋਨ ਵੀ ਲੈਣਾ ਵਾ ਤੇ ਬੜਾ ਆਸਾਨ ਆ, ਮੈਨੂੰ ਲੱਗਦਾ ਕਿ 2-4 ਲੱਖ ਰੁਪਏ ਹਰ ਬੰਦੇ ਦੀ ਐਲੀਜੀਬਿਲਟੀ ਬਣ ਜਾਂਦੀ ਹੈ। ਦੂਸਰੀ ਗੱਲ ਹੈ ਕਿ 2-2.5-3 ਲੱਖ ਰੁਪਏ ਤਾਂ ਮਾੜੇ ਬੰਦੇ ਨੇ ਵੀ, ਜਿੰਨਾ ਮਰਜ਼ੀ ਆਰਥਿਕ ਰੂਪ 'ਚ ਕਮਜ਼ੋਰ ਹੋਵੇ, ਆਪਣੀ ਸੇਵਿੰਗਸ ਕੀਤੀਆਂ ਹੁੰਦੀਆਂ। ਸੋ ਤੁਹਾਡੇ ਸੁਪਨੇ ਸਾਕਾਰ ਕਰਨ ਦਾ ਸਹੀ ਵੇਲਾ ਆ ਗਿਆ, ਬਸ਼ਰਤੇ ਸਭ ਕੁਝ ਲਿਖ ਕੇ ਦੇਣ ਤੇ ਕਰਕੇ ਦਿਖਾਣ। ਸੋ ਇਸ ਤੋਂ ਪਹਿਲਾਂ ਆਪਾਂ ਜਿੰਨੀਆਂ ਇਹਨਾਂ ਦੀਆਂ ਆਫਰਾਂ ਚਲਾਈਆਂ, ਉਹਨੂੰ ਬੜਾ ਰਿਸਪੌਂਸ ਮਿਲਿਆ। ਸੋ ਮੈਂ ਇਹ ਗੱਲ ਜ਼ਰੂਰ ਕਹਾਂਗਾ ਆਪਣੇ ਦਰਸ਼ਕਾਂ ਨੂੰ ਕਿ ਜਦੋਂ ਵੀ ਤੁਸੀਂ ਵੀਜ਼ਾ ਅਪਲਾਈ ਕਰਨਾ ਵਾ, ਜਿਹੜੇ ਇਹ ਕਾਲਜ ਦੀ ਜਾਣਕਾਰੀ ਤੁਹਾਨੂੰ ਇਹਨਾਂ ਨੇ ਦਿੱਤੀ ਹੈ ਕਿ ਇਹ ਕੋਰਸ ਹੈਗਾ, ਜੇ ਤੁਹਾਡੇ ਬਜਟ 'ਚ ਫਿੱਟ ਬੰਦਾ, ਕਿਉਂਕਿ ਉਹਨਾਂ ਲੋਕਾਂ ਵਾਸਤੇ ਤੁਸੀਂ ਇਸ ਬਾਰੇ ਦੱਸੋ ਜੀ, ਕਈਆਂ ਲੋਕਾਂ ਦਾ ਬਜਟ ਘੱਟ ਹੁੰਦਾ। ਦੇਖੋ, ਆਪਾਂ ਮਾੜੇ ਚੰਗੇ ਗਰੀਬ ਅਮੀਰ ਦੀ ਗੱਲ ਨਹੀਂ ਕਰਦੇ, ਪਰ ਹਰ ਬੰਦੇ ਦੀ ਆਰਥਿਕ ਹਾਲਤ ਉਹਦੇ ਆਪਣੇ ਰੋਜ਼ਗਾਰ ਦੇ ਮੁਤਾਬਕ ਹੈ। ਕਿਸੇ ਵਾਸਤੇ 10 ਲੱਖ ਵੀ ਕੁਝ ਨਹੀਂ, ਕਿਸੇ ਵਾਸਤੇ ਕਰੋੜ ਵੀ ਕੁਝ ਨਹੀਂ, ਤੇ ਕਿਸੇ ਵਾਸਤੇ 50,000 ਲੱਖ ਰੁਪਏ ਵੀ ਬੜਾ। ਸੋ ਮਾੜੇ ਬੰਦੇ ਵੀ ਹੁਣ ਆਪਣੇ ਬੱਚਿਆਂ ਨੂੰ ਭੇਜ ਸਕਣਗੇ, ਕਿਉਂਕਿ ਜਿਹੜਾ ਤੁਸੀਂ ਦੱਸਿਆ 2,30,000 ਸਾਲ ਦਾ ਖਰਚਾ, ਸੋ ਜੇ ਲੋਨ ਵੀ ਚੱਕ ਕੇ ਕਰ ਲੈਣ ਤੇ ਮੈਨੂੰ ਲੱਗਦਾ ਜੀ ਇਹ ਤਾਂ ਬਹੁਤ ਸਸਤਾ ਤੇ ਟਿਕਾਊ ਕੰਮ ਹੈ।
ਸੋ ਨਿਖਿਲ ਜੀ ਦੇਖੋ ਇਦਾਂ ਹੈਗਾ ਕਿ ਆਪਾਂ ਜੀਨ ਖਰੀਦਣ ਜਾਂਦੇ ਨੇ ਜਾਂ ਕੋਟ ਪੈਂਟ ਹੀ ਲੈਣ ਜਾਂਦੇ ਸੋ ਕੋਟ ਪੈਂਟ ਮਾਰਕੀਟ ਦੇ ਵਿੱਚ ਲੱਖ ਰੁਪਏ ਦਾ ਵੀ ਮਿਲਦਾ ਤੇ 1000 ਰੁਪਏ ਦਾ ਵੀ ਮਿਲਦਾ ਪਾ ਕੇ ਹਰ ਕਿਸੇ ਨੇ ਇਹੀ ਕਹਿਣਾ ਕਿ ਕੋਟ ਪੈਂਟ ਹੀ ਪਾਇਆ ਸੋ ਕੈਨੇਡਾ ਦੇ ਵਿੱਚ ਉਹੀ ਕਾਲਜ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਸਕਦਾ ਜਿਹੜਾ DLI ਅਪਰੂਵਡ ਆ ਇਹ ਉਹ ਕਾਲਜ ਆ ਜਿਹਦਾ ਕੁਆਰੰਟਾਈਨ ਪਲਾਨ ਵੀ ਜਿਹੜਾ ਅਪਰੂਵਡ ਆ ਗਵਰਨਮੈਂਟ ਨੂੰ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਲਜ ਦੀ ਰੈਪੂਟੇਸ਼ਨ ਕਿੱਦਾਂ ਦੀ ਹੋਏਗੀ ਹੁਣ ਇਹ ਦੇਖੋ ਅੱਜ ਦੀ ਡੇਟ ਦੇ ਵਿੱਚ ਜਿਹੜੇ ਬੰਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਉਹ 5 ਸਟਾਰ ਫੈਸਿਲਿਟੀ ਲੈਣਾ ਚਾਹੁੰਦਾ ਜਿਹੜੇ ਬੰਦੇ ਕੋਲ ਘੱਟ ਪੈਸਾ ਹੈ ਅੱਜ ਜੇ ਕੋਈ ਫਲਾਈਟ ਚੱਲਦੀ ਹੈ ਨਾ ਤਾਂ ਉਹਦੇ 'ਚ ਬਿਜ਼ਨਸ ਕਲਾਸ ਸੀਟਾਂ ਵੀ ਹੁੰਦੀਆਂ ਸੋ ਉਹਦੇ ਵਿੱਚ ਨਾਰਮਲ ਸੀਟਾਂ ਵੀ ਹੁੰਦੀਆਂ ਤੇ ਜਹਾਜ਼ ਤੇ ਉਹੀ ਹੈ ਨਾ ਸੋ ਕਾਲਜ ਉਹੀ ਆ ਹੁਣ ਆਪਾਂ ਹੋਟਲ ਲੈ ਲੈਂਦੇ ਜੀ ਹੁਣ ਆਪਾਂ ਹੋਟਲ ਦੇ ਵਿੱਚ ਸਵੀਟ ਰੂਮ ਵੀ ਹੁੰਦਾ ਨਾਰਮਲ ਰੂਮ ਵੀ ਹੁੰਦਾ ਤੇ ਰਹਿਣ ਦੇ ਉਸੇ ਹੀ ਹੋਟਲ ਦੇ ਵਿੱਚ ਡਏ ਹਨ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਜਿਸ ਕਾਲਜ ਦੇ ਵਿੱਚ ਤੁਸੀਂ ਪੜ੍ਹਨ ਜਾ ਰਹੇ ਹੋ ਉਹਦੇ ਨਾਲ ਅਸੀਂ ਗੱਲਬਾਤ ਕਰਕੇ ਕਿਉਂਕਿ ਅੱਜ ਕੰਪੀਟੀਸ਼ਨ ਦਾ ਯੁੱਗ ਹੈਗਾ ਬਹੁਤ ਸਾਰੀਆਂ ਇੰਨਾ ਕੁ ਹਾਰਡ ਕੰਪੀਟੀਸ਼ਨ ਹੋ ਗਿਆ ਕਿ ਏਜੰਟ ਕਹਿੰਦੇ ਕਿ ਸਾਡੀ ਕਮਿਸ਼ਨ ਵੀ ਵਾਪਸ ਲੈ ਲਓ ਅਸੀਂ ਇਹ ਕਿਹਾ ਕਿ ਪਹਿਲਾਂ ਬੱਚਾ ਭੇਜਾਂਗੇ ਫਿਰ ਉੱਥੋਂ ਕਮਿਸ਼ਨ ਵਾਪਸ ਆਏਗੀ ਫਿਰ ਬੱਚੇ ਨੂੰ ਦੇਣੀ ਪਏਗੀ ਸੋ ਇਹ ਸਾਲ ਦਾ ਪ੍ਰੋਸੈਸ ਹੈ ਕੌਣ ਇੰਤਜ਼ਾਰ ਕਰਦਾ ਜੀ 1 ਸਾਲ ਬਾਅਦ ਏਜੰਟ ਕਹਦੇ ਜੀ ਉਹ ਕਮਿਸ਼ਨ ਆਈ ਨਹੀਂ ਅਸੀਂ ਕੀ ਕਰਤਾ ਅਸੀਂ ਕਾਲਜ ਨੂੰ ਕਹਿਤਾ ਵੀ ਸਾਨੂੰ ਕਮਿਸ਼ਨ ਚਾਹੀਦੀ ਨਹੀਂ ਜਿਹੜੇ ਪੈਸੇ ਤੁਸੀਂ ਸਾਨੂੰ ਦੇਣੇ ਆ ਉਹ ਬੱਚੇ ਦੀ ਫੀਸ ਚੋਂ ਹੀ ਘਟਾ ਕੇ ਸਿੱਧਾ ਹੀ ਲੋ ਜੀ ਨੋਟ ਕਰ ਲਓ ਜੀ ਕਮਿਸ਼ਨ ਇਨਸੈਂਟਿਵ ਸਾਰੇ ਗੱਲਾਂ ਖਤਮ ਨਵੀਂ ਗੱਲ ਸੁਣੋ ਜੀ 2,30,000 ਰੁਪਏ ਦੇ ਵਿੱਚ ਕੈਨੇਡਾ ਉਹ ਵੀ ਟੋਰਾਂਟੋ ਵਰਗੇ ਸ਼ਹਿਰ ਦੇ ਵਿੱਚ ਇਸ ਤੋਂ ਸਸਤੀ ਐਡਮਿਸ਼ਨ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਤੋਂ ਮਿਲ ਸਕਦੀ ਹੈ ਦੂਸਰੀ ਗੱਲ ਇਹਨਾਂ ਦੀ ਪ੍ਰੋਫਾਈਲ ਚੈੱਕ ਕਰੋ ਇੱਕ ਗੱਲ ਹੋਰ ਮੇਰਾ ਇੱਕ ਆਖਰੀ ਸਵਾਲ ਹੈ ਇਸ ਵੀਰ ਨੂੰ ਵੀਰ ਜੀ ਤੁਸੀਂ ਕਿਹਾ ਹੁਣੇ ਕੰਪੈਰੀਜ਼ਨ ਕੀਤਾ ਵਾ ਕਿ ਇਸ ਕਾਲਜ ਦੇ ਵਿੱਚ ਜਿਵੇਂ ਕਿ ਇਸ ਇੰਟਰਵਿਊ ਦੇ ਦੌਰਾਨ ਮੈਂ ਪੁੱਛਣਾ ਜ਼ਰੂਰ ਚਾਹਾਂਗਾ ਮਹਿੰਗੇ ਕੋਰਸ ਵੀ ਹੈਗੇ ਕਿਉਂਕਿ ਇਹੀ ਨਾ ਸੋਚੀਆਂ ਕਿ ਤੇ ਸਸਤੀ ਭਰਤੀ ਕਰੀ ਜਾਂਦੇ ਜੀ ਨਹੀਂ ਉਹ ਤੁਹਾਡੀ ਮਰਜ਼ੀ ਹੈਗੀ ਹੈ ਕੋਰਸ ਬਹੁਤ ਕੋਰਸ ਆ ਜਿਨ੍ਹਾਂ ਦੀ $20,000 ਵੀ ਫੀਸ ਹੈਗੀ ਸੇਮ ਕਾਲਜ ਦੇ ਵਿੱਚ ਕਰ ਲਓ ਜੀ ਨੋਟ ਇਹਦਾ ਮਤਲਬ ਮਾੜਾ ਹਲਕਾ ਕਾਲਜ ਨਹੀਂ ਹੈਗਾ ਮਾੜਾ ਹਲਕਾ ਕਾਲਜ ਨਹੀਂ ਹੈਗਾ ਕਿਉਂਕਿ ਜਿਵੇਂ ਕਿ ਇਹ ਕਹਿ ਰਹੇ ਨੇ ਔਰ ਮੇਰੇ ਸਾਰੇ ਸੱਜਣ ਸਾਰੇ ਕੋਰਸਾਂ ਦੇ ਉੱਤੇ ਧਿਆਨ ਦਿਓ ਮੈਂ ਇੱਕ ਗੱਲ ਹੋਰ ਕਵਾਂਗਾ ਜੀ ਜਦੋਂ ਵੀ ਤੁਸੀਂ ਕੋਰਸ 'ਚ ਹੁੰਦੇ ਹੋ ਨਾ ਉਦੋਂ ਥੋੜਾ ਜਿਹਾ ਧਿਆਨ ਜ਼ਰੂਰ ਰੱਖਿਆ ਕਰੋ ਕਿਉਂਕਿ ਅੱਜ ਇਕੱਲੇ ਵੀਜ਼ੇ ਦੀ ਨਾ ਸੋਚੋ ਭਵਿੱਖ ਦੀ ਵੀ ਸੋਚੋ ਕਿ ਤੁਹਾਨੂੰ ਰੋਜ਼ਗਾਰ ਮਿਲਦੇ ਆ ਕਿ ਨਹੀਂ ਮਿਲਦੇ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਰੋਜ਼ਗਾਰ ਦੀਆਂ ਪੂਰੀਆਂ ਸੰਭਾਵਨਾਵਾਂ ਨੇ ਇਸ ਕੋਰਸ 'ਚ ਫਿਰ ਤਾਂ ਵਾਕਈ ਫੁੱਲ ਤੇ ਫਲੀਆਂ ਵਾਲਾ ਕੰਮ ਹੋ ਗਿਆ ਜੀ ਚੱਕ ਲਓ ਫਾਇਦਾ 31 ਦਸੰਬਰ ਲਾਸਟ ਡੇਟ ਤੇ ਉਸ ਤੋਂ ਪਹਿਲਾਂ ਜੇ 200 ਸੀਟਾਂ ਭਰ ਗਈਆਂ ਤੇ ਫਿਰ ਤੁਹਾਨੂੰ ਥੋੜਾ ਸਮਾਂ ਇੰਤਜ਼ਾਰ ਕਰਨਾ ਪਏਗਾ ਥੋੜਾ ਮੈਂ ਡਾਲਰਾਂ 'ਚ ਵੀ ਦੱਸ ਜਾਵਾਂ ਕਿਉਂਕਿ $6500 ਬੜਾ ਲੋਕਾਂ ਦੇ ਦਿਮਾਗ ਦੇ ਵਿੱਚ ਘੁੰਮਿਆ ਜੀ ਬਿਲਕੁਲ ਜਦੋਂ ਹੀ $6500 ਦੀ ਗੱਲ ਆਉਂਦੀ ਤੇ ਸਿੱਧਾ ਹੀ ਬੰਦਾ ਪਹੁੰਚ ਜਾਂਦਾ ਕੈਨੇਡਾ ਦੇ ਵਿੱਚ ਕਿਊਬਿਕ ਸਟੇਟ ਬਟ ਅੱਜ ਜੇ ਡਾਲਰ ਦੀ ਗੱਲ ਕਰਾਂ ਤੇ ਇੱਥੇ 1 ਸਾਲ ਦੀ ਫੀਸ ਜਿਹੜੀ ਹੈਗੀ $4250 ਆ $4250 ਨੂੰ ਗੁਣਾ ਕਰ ਲਓ ਤੁਸੀਂ ਅੱਜ ਜੇ ਡਾਲਰ ਦਾ ਰੇਟ 57-58 ਰੁਪਏ ਹੋਏਗਾ ਸੋ 2,30,000 ਬਣਦਾ ਸੋ $4200 ਦੀ ਗੱਲ ਕਰ ਲਈਏ ਤੇ $4200 1 ਸਾਲ ਦੀ ਫੀਸ ਦੇ ਕੇ $4250 ਹੈਗੇ ਜਿਹੜੀ 1 ਸਾਲ ਦੀ ਫੀਸ ਦੇ ਕੇ ਤੁਸੀਂ ਕੈਨੇਡਾ ਟੋਰਾਂਟੋ ਸ਼ਹਿਰ ਦੇ ਵਿੱਚ ਪੜ੍ਹਾਈ ਕਰਨ ਜਾ ਸਕਦੇ ਹੋ ਉਸ ਕਾਲਜ ਦੇ ਵਿੱਚ ਜਿਹੜਾ ਲੀਡਿੰਗ ਕਾਲਜ ਹੈਗਾ ਜਿਹੜਾ ਬਹੁਤ ਹੀ ਵਧੀਆ ਕਾਲਜ ਆ ਜਿੱਥੇ ਤੁਹਾਨੂੰ ਸਟੱਡੀ ਦੇ ਨਾਲ ਜੌਬ ਪਲੇਸਮੈਂਟ ਵੀ ਮਿਲੇਗੀ ਲੋ ਜੀ ਨੌਕਰੀ ਦੀ ਗਾਰੰਟੀ ਪੜ੍ਹਾਈ ਦੀ ਗਾਰੰਟੀ ਘੱਟ ਪੈਸਿਆਂ ਦੀ ਗਾਰੰਟੀ ਇਸ ਤੋਂ ਵੱਧ ਜੇ ਕਿਸੇ ਵੀਰ ਨੂੰ ਕੁਝ ਚਾਹੀਦਾ ਤੇ ਭੁੱਲ ਜਾਓ ਕੈਨੇਡਾ ਕਿਸੇ ਹੋਰ ਮੁਲਕ ਦੀ ਤਿਆਰੀ ਕਰ ਲਓ ਜੇ ਕੈਨੇਡਾ ਜਾਣਾ ਤੇ ਇਹ 3 ਚੀਜ਼ਾਂ ਤੁਹਾਨੂੰ ਮਿਲਦੀਆਂ ਮੈਨੂੰ ਨਹੀਂ ਲੱਗਦਾ ਇਸ ਤੋਂ ਵੱਧ ਕੇ ਕੁਝ ਹੈਗਾ ਬਸ਼ਰਤੇ ਲਿਖ ਕੇ ਦੇਣ ਸੋ ਫਿਲਹਾਲ ਮੈਂ ਨਿਖਿਲ ਸ਼ਰਮਾ ਇਜਾਜ਼ਤ ਲੈਣਾ ਇੱਕ ਵਾਰ ਫੇਰ ਹਾਜ਼ਰ ਹੋਵਾਂਗਾ ਵੀਜ਼ਾ ਕੀ ਪ੍ਰੋਗਰਾਮ 'ਚ ਤੇ ਤੁਹਾਨੂੰ ਦਵਾਂਗਾ ਜੀ ਹਾਂ ਆਫਰਾਂ ਦੇ ਨਾਲ ਭਰੀ ਜਾਣਕਾਰੀ ਜਿਸ ਦਾ ਸਿੱਧਾ ਸੰਪਰਕ ਤੁਹਾਡੇ ਕੈਰੀਅਰ ਦੇ ਨਾਲ ਹੈ ਫਿਲਹਾਲ ਮੈਨੂੰ ਇਜਾਜ਼ਤ ਦਿਓ